ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਤੇ ਤੁਕੀ ਇਕ ਓੰਕਾਰ ਸਤਿਗੁਰ ਪ੍ਰਸਾਦ। ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ। ਧੁਰ ਤੂੰ ਰੱਖਦਾ ਆਇਆ। ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਉ। ਹਰਨਾਖਸ ਮਾਰ ਪਚਾਇਆ। ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਉ। ਮਨਮੁਖ ਭਰਮ ਭੁਲਾਇਆ। ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ। ਧੁਰ ਤੂੰ ਰੱਖਦਾ ਆਇਆ। ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਉ। ਹਰਨਾਖਸ ਮਾਰ ਪਚਾਇਆ। ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਉ। ਮਨਮੁਖ ਭਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ। ਭਗਤਾ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸਰਣਾਈ। ਹਰ ਜੀ ਇਹ ਤੇਰੀ ਵਡਿਆਈ। ਭਗਤਾ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸਰਣਾਈ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਮੀਡੀਆ ਦੇ ਸਾਧਨ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਆਪੋ ਆਪਣੇ ਘਰਾਂ ਵਿੱਚ ਜੋੜ ਮਿਲ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਗੁਰ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਅਸਥਾਨ ਦੀ ਪੁਰਾਤਨ ਚੱਲੀ ਆਈ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੰਘਾਸਣ ਉੱਪਰ ਸਭਾਏ ਮਨ ਹੋ ਕਰਕੇ ਸਾਨੂੰ ਦਰਸ਼ਨ ਦੀਦਾਰ ਬਖਸ਼ੇ। ਪਾਵਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਦਾਤ ਬਖਸ਼ੀ। ਉਸ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਸੁਣਨ ਵਾਸਤੇ ਆਪਾਂ ਸਾਰੇ ਹੀ ਇਕੱਤਰ ਹੋਏ ਹਾਂ। ਸੰਗਤ ਜੀ, ਅੱਜ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਯਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ।
ਪਰਿਪੂਰਨ ਪਰਮਾਤਮਾ ਦੇ ਦੋ ਸਰੂਪ ਹਨ, ਨਿਰਗੁਣ ਸਰਗੁਣ। ਨਿਰਗੁਣ ਸਰੂਪ ਉਹ ਜੋ ਹਰ ਥਾਂ ਵਿਆਪਕ ਤੇ ਹੈ, ਪਰ ਸਾਨੂੰ ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ। ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾ ਪਿਰੀ। ਉਹ ਦਿਖਾਈ ਦਿੰਦਾ, ਪਰ ਇੱਕ ਅਨੁਭਵੀ ਨੇਤਰ, ਦਿਵ ਦ੍ਰਿਸ਼ਟ, ਤੀਸਰਾ ਨੇਤਰ, ਬੜੇ ਨਾਮ ਦਿੱਤੇ ਜੀ। ਉਹਨਾਂ ਫਿਰ ਗੁਰਮੁਖਾਂ ਪਿਆਰਿਆਂ ਨੂੰ ਦਿਖਾਈ ਦਿੰਦਾ। ਇੱਕ ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਸਮੇਂ ਸਮੇਂ ਤੇ ਉਹ ਪਰਿਪੂਰਨ ਪਰਮਾਤਮਾ ਸਰਗੁਣ ਸਰੂਪ ਧਾਰ ਕੇ ਮਨੁੱਖਤਾ ਦੇ ਭਲੇ ਵਾਸਤੇ ਇਸ ਮਾਤ ਲੋਕ ਤੇ ਆਇਆ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸੇ ਹੀ ਤਰ੍ਹਾਂ ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਪਿਤਾ ਖੁਦ ਸਰਗੁਣ ਸਰੂਪ ਧਾਰ ਕੇ ਇਸ ਮਾਤ ਲੋਕ ਤੇ ਆਏ। ਸਾਰੀ ਸਰੀਰਕ ਉਮਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਸ਼ਾਂ ਦੇਸ਼ਾਂਤਰਾਂ ਦਾ ਭ੍ਰਮਣ ਕੀਤਾ, ਰਟਨ ਕੀਤਾ, ਭੁੱਲੀ ਭਟਕੀ ਲੋਕਾਈ ਨੂੰ ਰਾਹੇ ਪਾਇਆ। ਅੱਜ ਜੋਤੀ ਜੋਤ ਗੁਰਪੁਰਬ ਹੈ ਤੇ ਸਮਾਂ ਸੀਮਤ ਹੁੰਦਾ, ਕੇਵਲ ਇਸ ਦਿਹਾੜੇ ਨਾਲ ਸੰਬੰਧਿਤ ਹੀ ਜਿੰਨੀ ਕੋ ਵਿਚਾਰ ਹੋ ਸਕੇ ਆਪਾਂ ਕਰਾਂਗੇ। ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨਾਭਾ ਨੇ, ਪ੍ਰਿੰਸੀਪਲ ਸਤਵੀਰ ਸਿੰਘ ਹੋਣਾ, ਹੋਰ ਵਿਦਵਾਨਾਂ ਨੇ ਜੋ ਸੱਚੇ ਪਾਤਸ਼ਾਹ ਜੀ ਦਾ ਵਸੇਬਾ ਪੱਕੇ ਤੌਰ ਤੇ ਲਿਖਿਆ ਸਨ 1522 ਦਾ ਜ਼ਿਕਰ ਕੀਤਾ ਕਿ 1522 ਤੋਂ ਸੱਚੇ ਪਾਤਸ਼ਾਹ ਜੀ ਨੇ ਪੱਕੇ ਤੌਰ ਤੇ ਜੋ ਵਸੇਬਾ ਸੀ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਇੱਥੇ ਨਿਵਾਸ ਕਰ ਲਿਆ। ਤੇ ਸਰੀਰਕ ਉਮਰਾਂ ਦੇ ਤਕਰੀਬਨ 18 ਕੁ ਸਾਲ ਦੇ ਲਗਭਗ ਸਤਿਗੁਰਾਂ ਨੇ ਇੱਥੇ ਨਿਵਾਸ ਕੀਤਾ। ਇੱਥੇ ਵੀ ਬੜੀਆਂ ਸਾਨੂੰ ਜੀਵਨ ਸੇਧਾਂ ਦਿੱਤੀਆਂ, ਉਪਦੇਸ਼ ਦਿੱਤੇ ਕਿ ਉਹਨਾਂ ਨੂੰ ਪੜ੍ਹ ਕੇ ਸੁਣ ਕਰਕੇ ਜਿਹੜਾ ਗੁਰਮੁਖ ਮਨੁੱਖ ਹਿਰਦੇ ਵਿੱਚ ਵਸਾਵੇਗਾ, ਉਹਨਾਂ ਤੇ ਚੱਲੇਗਾ, ਉਸ ਦਾ ਵੀ ਪਾਰ ਉਤਾਰਾ ਹੋਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸੰਨ ਤੇ ਨਹੀਂ ਦਿੱਤੀ, ਪਰ ਇੱਥੇ ਆਉਣ ਦਾ ਜ਼ਿਕਰ ਕੀਤਾ ਸ੍ਰੀ ਕਰਤਾਰਪੁਰ ਸਾਹਿਬ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਸ ਕੀਆ ਅਵਤਾਰਾ। ਜ਼ਿਕਰ ਕੀਤਾ ਭਾਈ ਸਾਹਿਬ ਜੀ ਨੇ ਕਿ ਸਤਿਗੁਰਾਂ ਨੇ ਇੱਥੇ ਕੱਪੜੇ ਜੋ ਪਹਿਰਾਵਾ ਸੀ ਗ੍ਰਸਤੀ ਜੀਵਨਾਂ ਵਾਲਾ ਧਾਰਨ ਕਰ ਲਿਆ। ਆਪ ਜਾਣੂ ਹੋ ਇਤਿਹਾਸ ਦੇ। ਇੱਥੇ ਫਿਰ ਮਾਤਾ ਸੁਲੱਖਣੀ ਜੀ, ਸਤਿਗੁਰਾਂ ਦੇ ਸਤਿਕਾਰਯੋਗ ਸਪੁੱਤਰ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਵੀ ਇੱਥੇ ਨਾਲ ਹੀ ਰਹਿੰਦੇ ਸਨ। ਇੱਥੋਂ ਹੀ ਸੱਚੇ ਪਾਤਸ਼ਾਹ ਜੀ ਜੋ ਬਟਾਲੇ ਦੇ ਲਾਗੇ, ਜੋ ਅੱਜ ਕੱਲ੍ਹ ਗੁਰਦੁਆਰਾ ਅਚਲ ਸਾਹਿਬ ਹੈ, ਇੱਥੇ ਆਏ ਜਦੋਂ ਸਿੱਧਾਂ ਨੂੰ ਉਪਦੇਸ਼ ਦੇਣ ਹੋਰ ਮਨੁੱਖਤਾ ਨੂੰ, ਤਾਂ ਉਹਨਾਂ ਨੇ ਕਟਾਕਸ਼ ਕੀਤੀ ਸੀ ਕਿ ਤੁਸੀਂ ਤੇ ਇੰਝ ਹੈ ਜਿਵੇਂ ਕੋਈ ਸਵਾਣੀ ਦੁੱਧ ਜਮਾਵੇ, ਜਾਗ ਲਾਵੇ, ਦਹੀਂ ਬਣਾਵੇ, ਰਿੜ ਕੇ ਮੱਖਣ ਕੱਢੇ, ਮੱਖਣ ਖਾਣ ਦਾ ਸਮਾਂ ਆਵੇ ਪਰ ਵਿੱਚ ਕਾਂਜੀ ਦੀ ਬੁੱਕ ਪਾ ਦੇਵੇ। ਇਵੇਂ ਹੀ ਤੁਸੀਂ ਕੀਤਾ। ਸਾਰੀ ਉਮਰ ਉਦਾਸੀ ਵਿਚਰੇ, ਅੰਤਲਾ ਸਮਾਂ ਨੇੜੇ ਆਇਆ, ਗ੍ਰਸਤੀਆਂ ਵਾਲੇ ਕੱਪੜੇ ਪਾ ਲਏ, ਤੁਸੀਂ ਤੇ ਗ੍ਰਸਤ ਦੇ ਵਿੱਚ ਫਸ ਗਏ। ਫਿਰ ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਸੀ, ਨਾਨਕ ਆਖੈ ਭੰਗਰ ਨਾਥ, ਤੇਰੀ ਮਾਉ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤੇ ਅਨ ਭਾਏ ਜਿਵੇਹਾ ਫੁੱਲ ਸੜਾਈ, ਹੋਏ ਅਤੀਤ ਗ੍ਰਸਤ ਤਾਜ ਫਿਰ ਉਨਹੂ ਕੇ ਘਰ ਮੰਗਣ ਜਾਈ,
ਵਿਣ ਦਿੱਤੇ ਕਿਛ ਹੱਥ ਨ ਆਈ। ਸਤਿਗੁਰਾਂ ਨੇ ਕਿਹਾ ਸੀ, ਨਾਮ ਤਿਆਗੀ ਰਖਾ ਲੈਣਾ ਤਿਆਗ ਨਹੀਂ। ਆਪਣੀਆਂ ਲੋੜਾਂ ਦਾ ਤਿਆਗ ਕਰਨਾ, ਉਹਨਾਂ ਨੂੰ ਘਟਾ ਕੇ ਧਰਮ ਦੀ ਕਿਰਤ ਕਰਕੇ ਉਸ ਦੇ ਵਿੱਚੋਂ ਦੂਸਰਿਆਂ ਨੂੰ ਵੰਡ ਕੇ ਛਕਣਾ, ਇਹ ਤਿਆਗ ਹੈ। ਜੇ ਤੁਸੀਂ ਤਿਆਗੀ ਹੋ ਤੇ ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕੇ ਘਰ ਮੰਗਣ ਜਾਈ। ਜਦੋਂ ਭੁੱਖ ਲੱਗਦੀ ਹੈ ਫਿਰ ਗ੍ਰਸਤੀਆਂ ਦੇ ਦੁਆਰੇ ਆਉਂਦੇ ਹੋ। ਤਿਆਗੀ ਕਾਹਦਾ ਹੋਏ ਜੀ? ਤਿਆਗੀ ਤੇ ਅਸਲ ਦੇ ਵਿੱਚ ਗ੍ਰਸਤੀ ਹਨ, ਜੋ ਧਰਮ ਦੀ ਕਿਰਤ ਕਰਦੇ ਆ, ਨਾਮ ਵੀ ਜਪਦੇ ਆ, ਆਪਣੀਆਂ ਲੋੜਾਂ ਨੂੰ ਘਟਾਉਂਦੇ ਆ, ਸਬਰ ਸੰਤੋਖ ਦੀ ਜ਼ਿੰਦਗੀ ਬਤੀਤ ਕਰਦੇ, ਤੁਹਾਡਾ ਵੀ ਪੇਟ ਭਰਦੇ, ਹੋਰ ਵੀ ਮਨੁੱਖਤਾ ਦਾ ਪਰਉਪਕਾਰ ਕਰਦੇ। ਘਾਲ ਖਾਏ ਕਿਛ ਹੱਥੋਂ ਦੇ ਦੀ ਘਾਲ ਕਮਾਈ ਕਰਦੇ। ਬੜੀ ਲੰਮੀ ਚੌੜੀ ਇੱਥੇ ਸਤਿਗੁਰਾਂ ਨਾਲ ਗੋਸ਼ਟੀ ਹੋਈ, ਪਰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ ਕਿ ਗ੍ਰਸਤੀ ਜੀਵਨ ਵਿੱਚ ਵਿਚਰੋ, ਲੋੜਾਂ ਦਾ ਤਿਆਗ ਕਰੋ, ਲੋੜਾਂ ਘਟਾਓ, ਵਿਸ਼ੇ ਵਿਕਾਰਾਂ ਦਾ ਤਿਆਗ ਕਰੋ, ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਇਹੋ ਹੀ ਅਸਲ ਤਿਆਗ ਹੈ। ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਸਤਿਗੁਰਾਂ ਨੇ ਮਰਿਆਦਾ ਵੀ ਬੰਨੀ। ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਜ਼ਿਕਰ ਕੀਤਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ। ਸੋ ਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਕਿਉਂਕਿ ਇੱਥੇ ਸਤਿਗੁਰਾਂ ਨੇ ਖੁਦ ਹਲ ਵਾਇਆ, ਪਸ਼ੂਆਂ ਦੀ ਸਾਂਭ ਸੰਭਾਲ ਕੀਤੀ, ਲੰਗਰ ਨਿਤਾ ਪ੍ਰਤੀ ਚੱਲਦਾ ਸੀ ਸ੍ਰੀ ਕਰਤਾਰਪੁਰ ਸਾਹਿਬ। ਨਾਮ ਜਪਣ ਦੀ ਵਿਵਸਥਾ ਨੂੰ ਵੀ ਰੂਪ ਰੇਖਾ ਦਿੱਤੀ। ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ, ਸੰਗਤਾਂ ਨੇ ਧਰਮਸ਼ਾਲਾ ਸਤਿਗੁਰਾਂ ਬਣਾਈ। ਇਤਿਹਾਸਕਾਰਾਂ ਜ਼ਿਕਰ ਕੀਤਾ, ਉਸ ਵੇਲੇ ਜੋ ਰੂਪ ਸੀ ਆਸਾ ਦੀ ਵਾਰ ਦਾ, ਉਸ ਦਾ ਕੀਰਤਨ ਹੋਣਾ। ਕੀਰਤਨ ਦੀ ਸਮਾਪਤੀ ਜਦੋਂ ਸੂਰਜ ਦਾ ਚੜ੍ਹਾਅ ਹੋਣਾ, ਆਸਾ ਦੀ ਵਾਰ ਦਾ ਭੋਗ ਪੈਣਾ, ਉਸ ਤੋਂ ਉਪਰੰਤ ਸ਼ਬਦ ਦੀ ਵਿਚਾਰ ਹੋਣੀ। ਇਹ ਵੀ ਜ਼ਿਕਰ ਆਉਂਦਾ, ਧਰਮਸ਼ਾਲਾ ਦੇ ਬਾਰ-ਬਾਰ ਇੱਕ ਪਿੱਪਲ ਦਾ ਦਰਖਤ ਸੀ, ਜਿੱਥੇ ਦਿਨ ਵੇਲੇ ਵੀ ਸਤਿਗੁਰਾਂ ਬੈਠਣਾ। ਕੋਈ ਸਾਧੂ ਸੰਤ ਮਹਾਤਮਾ, ਕੋਈ ਸਵਾਲੀਆ ਆਉਂਦਾ, ਸਵਾਲ ਕਰਦਾ, ਸੱਚੇ ਪਾਤਸ਼ਾਹ ਉਸ ਪਿੱਪਲ ਦੇ ਹੇਠਾਂ ਬੈਠੇ ਰਹਿੰਦੇ, ਸੰਗਤਾਂ ਨੂੰ ਉਪਦੇਸ਼ ਦਿੰਦੇ, ਨਾਲ ਦੀ ਨਾਲ ਸਤਿਗੁਰੂ ਧਰਮ ਦੀ ਕਿਰਤ ਵੀ ਕਰਦੇ। ਅਸਲ 'ਚ ਇਹ ਸਾਡੇ ਵਾਸਤੇ ਪੂਰਨੇ ਪਾਏ ਸਨ। ਜੇ ਸਤਿਗੁਰੂ ਖੁਦ ਹਾਲ ਨਾ ਚਲਾਉਂਦੇ, ਧਰਮ ਦੀ ਕਿਰਤ ਨਾ ਕਰਦੇ, ਅੱਜ ਆਪਾਂ ਉਦਾਹਰਨਾਂ ਦੇਣੀਆਂ ਸੀ, ਆਪਾਂ ਵਿਹਲੜ ਹੋ ਜਾਣਾ ਸੀ ਵੀ ਗੁਰੂ ਨੇ ਕਿਹੜਾ ਕੋਈ ਕੰਮ ਕੀਤਾ, ਗੁਰੂ ਨੇ ਕਿਹੜੀ ਕੋਈ ਘਾਲ ਕਮਾਈ ਕੀਤੀ। ਸਤਿਗੁਰਾਂ ਸਾਡੇ ਵਾਸਤੇ ਪੂਰਨੇ ਪਾਉਣੇ। ਸੰਧਿਆ ਨੂੰ ਸੂਰਜ ਛਿਪਣ ਤੋਂ ਕੁਝ ਸਮਾਂ ਪਹਿਲਾਂ ਕੀਰਤਨ ਸ਼ੁਰੂ ਹੋ ਜਾਣਾ। ਸੂਰਜ ਛਿਪਣ ਦੇ ਨਾਲ ਹੀ ਜੋ ਉਸ ਵੇਲੇ ਰੂਪ ਸੀ, ਜਿੰਨੇ ਸ਼ਬਦ ਸਤਿਗੁਰਾਂ ਉਚਾਰਨ ਕੀਤੇ, ਸੋ ਦਰ ਰਹਿਰਾਸ ਸਾਹਿਬ ਜੀ ਦਾ ਪਾਠ ਹੋਣਾ। ਪਾਠ ਤੋਂ ਉਪਰੰਤ ਆਰਤੀ ਦੇ ਸ਼ਬਦਾਂ ਦਾ ਕੀਰਤਨ ਰੂਪ ਵਿੱਚ, ਸੰਗਤੀ ਰੂਪ ਵਿੱਚ ਗਾਇਨ ਕਰਨਾ। ਸੌਣ ਵੇਲੇ ਸੰਗਤਾਂ ਨੇ ਸੋਲਾ ਸਾਹਿਬ ਜੀ ਦਾ ਪਾਠ, ਜਿੰਨੇ ਸ਼ਬਦ ਸਤਿਗੁਰਾਂ ਦੇ ਉਚਾਰਨ ਕੀਤੇ ਪਹਿਲੇ ਸਤਿਗੁਰਾਂ ਦੇ, ਉਸ ਦਾ ਜਾਪ ਕਰਨਾ। ਇਹ ਮਰਿਆਦਾ ਬੰਨੀ ਸਤਿਗੁਰਾਂ ਨੇ। ਸਿੱਖ ਨੇ ਨਾਮ ਜਪਣਾ, ਧਰਮ ਦੀ ਕਿਰਤ ਵੀ ਕਰਨੀ, ਉਸ ਵੇਲੋਂ ਵਿੱਚੋਂ ਵੰਡ ਕੇ ਛਕਣਾ। ਸਤਿਗੁਰਾਂ ਨੇ ਪੂਰਨੇ ਪਾਏ, ਲੰਗਰ ਲਗਾਇਆ ਜੀ। ਇੱਕ ਸਾਖੀ ਸਮਾਂ ਸੀਮਤ ਹੈ, ਪਰ ਵੰਡ ਛਕਣ ਦਾ ਰੂਪ ਸ੍ਰੀ ਕਰਤਾਰਪੁਰ ਸਾਹਿਬ ਚੈੱਕ ਕੀਤਾ ਸਤਿਗੁਰਾਂ ਨੇ। ਅੰਮ੍ਰਿਤ ਵੇਲੇ ਇੱਕ ਦਿਨ ਨਿਕਲੇ, 2 ਕਣਕ ਦੇ ਢੇਰ, 1 ਰਾਖਾ। ਉਹ ਇੱਕ ਢੇਰ ਚੋਂ ਕਣਕ ਚੁੱਕ ਕੇ ਪੀਪੇ ਭਰ ਭਰ ਕੇ ਦੂਸਰੇ ਢੇਰ ਤੇ ਪਾ ਰਿਹਾ ਸੀ। ਸਤਿਗੁਰਾਂ ਪੁੱਛਿਆ, ਭਾਈ ਕੀ ਕਰਦਾ? ਕਹਿਣ ਲੱਗਾ, ਸਤਿਗੁਰੂ 2 ਭਰਾ ਹਾਂ, ਮੇਰਾ ਵਿਵਾਹ ਨਹੀਂ ਹੋਇਆ। ਛੋਟੇ ਦਾ ਵਿਵਾਹ, ਉਸ ਦੇ ਬੱਚੇ ਬਾਲ ਪਰਿਵਾਰੇ। ਉਹ ਘਰ ਗਿਆ ਤੇ ਮੈਂ ਉਸ ਦੇ ਢੇਰ ਵਿੱਚ, ਆਪਣੇ ਢੇਰ ਦੇ ਵਿੱਚੋਂ ਕਣਕ ਚੁੱਕ ਕੇ ਪਾ ਰਿਹਾ ਕਿ ਉਹਦਾ ਗੁਜ਼ਾਰਾ ਸੌਖਾ ਚੱਲੇ। ਇਹ ਸੀ ਵੰਡ ਛਕਣਾ। ਇੱਕ ਹੱਥ ਦੇ ਰਿਹਾ, ਪਰ ਦੂਸਰੇ ਹੱਥ ਨੂੰ ਪਤਾ ਨਹੀਂ ਲੱਗ ਰਿਹਾ। ਹੁਣ ਭਰਾ ਨੂੰ ਨਹੀਂ ਪਤਾ ਕਿ ਮੇਰਾ ਭਰਾ ਮੈਨੂੰ ਦਾਣੇ ਦੇ ਰਿਹਾ। ਰੂਪ ਸੀ ਇਹ ਵੰਡ ਕੇ ਛਕਣ ਦਾ। ਸਤਿਗੁਰਾਂ ਨੇ ਪੂਰਨੇ ਪਾਏ। ਸਤਿਗੁਰਾਂ ਨੇ ਉਸ ਨੂੰ ਸ਼ਾਬਾਸ਼ ਦਿੱਤੀ। ਅੱਗੇ ਚਲੇ ਗਏ। ਜਦੋਂ ਵਾਪਸ ਆਏ, ਰਖਵਾਲਾ ਹੋ ਰਿਹਾ ਪਰ ਵਰਤਾਰਾ ਵੀ ਹੋ ਰਿਹਾ।
ਜਿਹੜੇ ਢੇਰ ਵਿੱਚ ਸਵੇਰ ਵੇਲੇ ਦਾਣੇ ਚੁੱਕ ਕੇ ਪਾਏ ਜਾ ਰਹੇ ਸਨ, ਰਖਵਾਲਾ ਦੂਸਰਾ ਹੁਣ ਉਹ ਉਸ ਢੇਰ ਚੋਂ ਦਾਣੇ ਚੁੱਕ ਕੇ ਦੂਸਰੇ 'ਚ ਪਾ ਰਿਹਾ। ਸਤਿਗੁਰਾਂ ਨੇ ਉਹਨੂੰ ਵੀ ਸਵਾਲ ਕੀਤਾ, ਭਾਈ ਕੀ ਕੰਮ ਕਰ ਰਿਹਾ ਗੁਰਸਿੱਖਾ? ਕਹਿਣ ਲੱਗਾ, ਮੇਰਾ ਬਾਲ ਪਰਿਵਾਰ ਬੱਚੇ ਪਰ ਗੁਜ਼ਾਰਾ ਚੱਲੀ ਜਾਂਦਾ। ਵੱਡੇ ਭਰਾ ਦਾ ਵਿਵਾਹ ਤੇ ਨਹੀਂ ਹੋਇਆ, ਪਰ ਉਹਦੇ ਘਰ ਵਿੱਚ ਸਾਧੂ ਸੰਤ ਮਹਾਤਮਾ ਅਤਿਥੀ ਬਹੁਤ ਆਉਂਦਾ, ਸਦਾ ਬ੍ਰਤ ਲੰਗਰ ਉਹ ਚਲਾਉਂਦਾ। ਮੈਂ ਸੋਚਿਆ ਭਰਾ ਨੂੰ ਪਤਾ ਨਾ ਲੱਗੇ, ਕਿਉਂਕਿ ਜੇ ਮੈਂ ਸਾਹਮਣੇ ਦੇਵਾਂਗਾ ਉਸ ਦੀਆਂ ਅੱਖਾਂ ਨੀਵੀਂ ਆਉਣਗੀਆਂ। ਉਹ ਘਰ ਗਿਆ, ਮੈਂ ਆਪਣੇ ਢੇਰ ਚੋਂ ਕਣਕ ਚੁੱਕ ਕੇ ਉਹਦੇ ਢੇਰ ਵਿੱਚ ਪਾ ਰਿਹਾ। ਇਹ ਵੀ ਵੰਡ ਛਕਣ ਦਾ ਰੂਪ ਸੀ, ਦੇਣਾ ਪਰ ਦੂਸਰੇ ਨੂੰ ਨੀਵਾਂ ਨਹੀਂ ਦਿਖਾਉਣਾ। ਪਰਉਪਕਾਰ ਕਰਨਾ ਪਰ ਦੂਸਰੇ ਨੂੰ ਨੀਵਾਂ ਨਹੀਂ ਦਿਖਾਉਣਾ। ਇੱਕ ਹੱਥ ਦੇਵੇ, ਦੂਸਰੇ ਹੱਥ ਨੂੰ ਪਤਾ ਹੀ ਨਾ ਲੱਗੇ ਮੈਂ ਦਾਨ ਕਰ ਰਿਹਾ। ਫਲੀ ਭੂਤ ਤੇ ਦਾਣੇ ਸਾਰੇ ਹੀ ਹੋ ਜਾਂਦੇ ਆ, ਪਰ ਵਿਦਵਾਨ ਜਨ ਕਹਿੰਦੇ, ਵਿਗਿਆਨਕ ਵੀ ਕਹਿੰਦੇ, ਜਿਹੜਾ ਦਾਣਾ ਜਿੰਨਾ ਧਰਤੀ ਦੇ ਵਿੱਚ ਜ਼ਿਆਦਾ ਢੱਕਿਆ ਜਾਂਦਾ ਉਹਦਾ ਝਾੜ ਵੱਧ ਹੁੰਦਾ। ਜੇ ਉੱਪਰ ਵੀ ਦਾਣਾ ਉੱਗ ਆਏਗਾ ਪਰ ਉਹਨੂੰ ਝਾੜ ਉਹਨਾਂ ਨਹੀਂ ਲੱਗੇਗਾ ਜਿੰਨਾ ਢੱਕੇ ਦਾਣੇ ਨੂੰ ਝਾੜ ਲੱਗੇਗਾ। ਇਵੇਂ ਹੀ ਪਰਉਪਕਾਰ ਵੰਡ ਛਕਣਾ ਧਰਮ ਦੀ ਕਿਰਤ ਦੇ ਵਿੱਚੋਂ ਇਹ ਵੀ ਇੰਜ ਹੀ ਹੈ। ਇੱਥੇ ਹੀ ਸਤਿਗੁਰਾਂ ਨੇ ਅਨੇਕਾਂ ਪ੍ਰੀਖਿਆਵਾਂ ਲਈਆਂ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਭਾਈ ਲਹਿਣੇ ਦੇ ਰੂਪ ਵਿੱਚ ਸਨ 1532 ਤੋਂ ਸ੍ਰੀ ਕਰਤਾਰਪੁਰ ਸਾਹਿਬ ਚਰਨ ਸ਼ਰਨ ਦੇ ਵਿੱਚ ਆਏ। ਸਤਿਗੁਰੂ ਸਾਰੀਆਂ ਪ੍ਰੀਖਿਆਵਾਂ ਵਿੱਚੋਂ ਪਾਸ ਹੋਏ। ਗੁਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਵਦੈ, ਸੈ ਟਿੱਕਾ ਦਿੱਤੋਸ ਜੀਵਦੈ। ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਬਖਸ਼ ਭਾਈ ਲਹਿਣਾ ਜੀ ਨੂੰ ਕੀਤੀ। ਨਾਮ ਬਖਸ਼ਿਸ਼ ਕੀਤਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਹੁਕਮ ਕੀਤਾ ਪੁਰਖਾ, ਤੁਸੀਂ ਖਡੂਰ ਸਾਹਿਬ ਚਲੇ ਜਾਓ। ਉਸ ਤੋਂ ਉਪਰੰਤ ਜੋ ਸਤਿਗੁਰਾਂ ਦੀ ਹਜ਼ੂਰੀ ਵਿੱਚ ਨਿੱਤਾ ਪ੍ਰਤੀ ਜੋ ਸੇਵਾਵਾਂ ਨਿਭਾਉਂਦਾ ਸੀ ਨਾ ਭਾਈ ਲਹਿਣਾ ਜੀ ਤੋਂ ਬਾਅਦ, ਉਸ ਦਾ ਨਾਮ ਇਤਿਹਾਸਕਾਰਾਂ ਜ਼ਿਕਰ ਕੀਤਾ ਭਾਈ ਸਧਾਰਨ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਧਾਰਨ ਅਸੀਂ ਸੱਚਖੰਡ ਪਿਆਨਾ ਕਰ ਜਾਣਾ। ਬਹੁਤ ਵਿਰਾਗ ਵਿੱਚ ਆਇਆ ਭਾਈ ਸਧਾਰਨ। ਸਤਿਗੁਰੂ ਕਹਿਣ ਲੱਗੇ, ਜੋ ਅਸੀਂ ਕਹਿੰਦੇ ਆ ਉਹ ਕਰ। ਭਰੇ ਮਨ ਨਾਲ ਕਹਿਣ ਲੱਗਾ, ਸਤਿਗੁਰੂ ਹੁਕਮ। ਸੱਚੇ ਪਾਤਸ਼ਾਹ ਨੇ ਬਾਹੋਂ ਫੜਿਆ ਲੈ ਗਏ। ਜਗ੍ਹਾ ਦਿਖਾਈ ਕਿ ਇਸ ਜਗ੍ਹਾ ਚੰਦਨ ਦੀਆਂ ਲੱਕੜਾਂ ਮੰਗਵਾਓ, ਹੋਰ ਸਮੱਗਰੀ ਜੋ ਸੰਸਕਾਰ ਵਾਸਤੇ ਚਾਹੀਦੀ ਹੈ ਸਾਰੀ ਤਿਆਰੀ ਕਰਵਾ ਦੇਵੋ। ਸਾਰੀ ਤਿਆਰੀ ਜਿਵੇਂ ਜਿਵੇਂ ਸਤਿਗੁਰਾਂ ਸਮਝਾਈ, ਸਤਿਗੁਰਾਂ ਹੁਕਮ ਕੀਤਾ, ਭਾਈ ਸਧਾਰਨ ਸਾਰੀ ਤਿਆਰੀ ਕਰਕੇ ਸਾਨੂੰ ਆਣ ਕੇ ਖਬਰ ਦੇਈ। ਇਤਿਹਾਸਕਾਰ ਕਹਿੰਦੇ ਸਿੱਖਿਆ ਨਾ ਜੀ, ਭਰੇ ਮਨ ਨਾਲ ਸਾਰੀ ਦਿਹਾੜੀ ਉਹ ਤਿਆਰੀ ਕਰਦਾ ਰਿਹਾ। ਸੰਧਿਆ ਵੇਲੇ ਆਇਆ, ਕਹਿਣ ਲੱਗਾ, ਸਤਿਗੁਰੂ ਸਾਰੀ ਤਿਆਰੀ ਹੈ, ਆਣ ਕੇ ਨਿਗਾਹ ਮਾਰ ਲਓ। ਇਤਿਹਾਸਕਾਰਾਂ ਜ਼ਿਕਰ ਕੀਤਾ, ਜਦੋਂ ਇਹਨੇ ਬਚਨ ਕਹੇ ਭਾਈ ਸਧਾਰਨ ਦਾ ਵਿਰਾਗ ਫਿਰ ਠੱਲਿਆ ਨਾ ਗਿਆ, ਭੁੱਬਾਂ ਨਿਕਲ ਗਈਆਂ ਸਿੱਖ ਦੀਆਂ। ਸਤਿਗੁਰਾਂ ਪੂਰਨੇ ਸਾਡੇ ਵਾਸਤੇ ਜੀ ਹਰ ਗੱਲ ਦੇ ਵਿੱਚੋਂ ਸਿੱਖਿਆ। ਕਹਿਣ ਲੱਗੇ, ਭਾਈ ਸਧਾਰਨ ਗੁਰੂ ਸਰੀਰ ਨਹੀਂ, ਗੁਰੂ ਦੇ ਨਹੀਂ। ਜੇ ਸਰੀਰ ਨਾਲ ਜੁੜੇਗਾ ਸਿੱਖ ਤੇ ਫਿਰ ਤੇਰੇ ਵਾਂਗੂ ਕਦੀ ਉਹਨੂੰ ਵਿਰਾਗ ਆਵੇਗਾ ਹੀ ਆਵੇਗਾ। ਮਿਲਾਪ ਵੀ ਹੋਵੇਗਾ, ਵਿਛੋੜਾ ਵੀ ਹੋਵੇਗਾ, ਪਰ ਗੁਰੂ ਦਾ ਅਸਲੀ ਰੂਪ ਹੈ ਸ਼ਬਦ। ਜਿਹੜਾ ਸਿੱਖ ਸ਼ਬਦ ਨਾਲ ਜੁੜਦਾ, ਗੁਰੂ ਸ਼ਬਦ ਰੂਪ ਹੋ ਕੇ ਉਹਦੇ ਹਿਰਦੇ ਦੇ ਵਿੱਚ ਵਸ ਜਾਂਦਾ, ਫੇਰ ਗੁਰੂ ਦਾ ਤੇ ਸਿੱਖ ਦਾ ਕਦੇ ਵਿਛੋੜਾ ਨਹੀਂ ਪੈਂਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੇ ਜਾਲੇ। ਉਪਦੇਸ਼ ਦਿੱਤਾ, ਬ੍ਰਹਮ ਗਿਆਨ ਦੀ ਅਵਸਥਾ ਭਾਈ ਸਧਾਰਨ ਦੋ ਕੇ ਨਿਹਾਲ ਕੀਤਾ। ਅੱਜ ਦੇ ਦਿਨ ਸੱਚੇ ਪਾਤਸ਼ਾਹ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਸੰਮਤ 1596 ਬਿਕਰਮੀ ਸੰਮਤ ਅਸੂਵਦੀ 10, ਉਦੋਂ ਜੋ ਅੰਗਰੇਜ਼ੀ ਤਰੀਕ ਸੀ 5 ਸਤੰਬਰ ਸਨ 1539 ਨੂੰ ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ ਦੀ ਕਾਰ ਕਰਕੇ ਸੱਚੇ ਪਾਤਸ਼ਾਹ ਬਾਬਾ ਨਾ ਮੜੀ ਨਾ ਗੋਰ
ਗੁਰ ਅੰਗਦ ਕੇ ਹੀਏ ਮਾਹੇ ਜਨਮ ਸਾਖੀਆਂ ਵਿੱਚ ਬੋਲ ਆਉਂਦਾ। ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਦਿਹਾੜੇ ਤੇ ਸਾਡੀ ਸਾਰਿਆਂ ਦੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਣਾ ਕਮਲਾਂ ਦੇ ਵਿੱਚ ਕੋਟਾਨ ਕੋਟ ਨਮਸਕਾਰ ਹੈ। ਅੱਜ ਇੱਕ ਹੋਰ ਬਹੁਤ ਮਹਾਨ ਦਿਹਾੜਾ ਜੋ ਸਾਡੇ ਇਤਿਹਾਸ ਨਾਲ ਸੰਬੰਧਿਤ, ਸਿੱਖ ਆਪਾਂ ਜ਼ਿਕਰ ਕਰ ਆਏ ਹਾਂ, ਸ਼ਬਦ ਦਾ ਪੁਜਾਰੀ ਹੈ, ਮੂਲ ਮੰਤਰ ਦਾ ਪੁਜਾਰੀ ਹੈ, ਅਕਾਲ ਪੁਰਖ ਦਾ ਪੁਜਾਰੀ ਹੈ। ਕਿਸੇ ਮੜੀ ਮਸਾਨ, ਕਿਸੇ ਰੁੱਖ ਦਾ, ਕਿਸੇ ਸ਼ਕਤੀ ਦਾ ਪੁਜਾਰੀ ਨਹੀਂ। ਤੇ ਇੱਕ ਸਿਧਾਂਤ ਆ, ਜੈਸਾ ਸੇਵੇ ਤੈਸੋ ਹੋਵੇ। ਮੂਲ ਮੰਤਰ ਦੇ ਵਿੱਚ ਪਰਮੇਸ਼ਰ ਦੇ ਗੁਣ ਸਤਿਗੁਰਾਂ ਨੇ ਲਿਖੇ ਆ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਜਦੋਂ ਸਿੱਖ ਮੂਲ ਮੰਤਰ ਜਪਦਾ, ਸ਼ਬਦ ਨਾਲ ਜੁੜਦਾ, ਉਸ ਦੇ ਵਿੱਚ ਵੀ ਪਰਮੇਸ਼ਰ ਦੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ। ਦੋ ਗੁਣ ਨਿਰਭਉ ਤੇ ਨਿਰਵੈਰ ਵੀ ਮੂਲ ਮੰਤਰ ਵਿੱਚ ਹਨ, ਜੋ ਪਰਮੇਸ਼ਰ ਦੇ ਹਨ। ਸਿੱਖ ਜਦੋਂ ਗੁਰੂ ਨਾਲ ਜੁੜਦਾ, ਪਰਮੇਸ਼ਰ ਨਾਲ ਜੁੜਦਾ, ਉਹ ਵੀ ਨਿਰਭਉ ਹੋ ਜਾਂਦਾ ਤੇ ਨਿਰਵੈਰ ਹੋ ਜਾਂਦਾ। ਨਿਰਭਉ ਇਸੇ ਦਾ ਹੀ ਖੁਲਾਸਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕੀਤਾ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਧਿਆਨ, ਕਹੂ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਸਿੱਖ ਨੂੰ ਨਿਰਵੈਰ ਹੋਣਾ ਤੇ ਮੰਨ ਲਿਆ ਇਸ ਮਾਤ ਲੋਕ ਦੇ ਹੁਕਮਰਾਮਾਂ ਨੇ, ਭਾਵੇਂ ਉਹ ਵਿਦੇਸ਼ੀ ਤਾਕਤਾਂ ਹੋਣ, ਭਾਵੇਂ ਇਸ ਦੇਸ਼ ਦੀਆਂ ਤਾਕਤਾਂ ਹੋਣ, ਪਰ ਨਿਰਭਉ ਹੋਣਾ ਮੰਨਣਾ ਮੁਨਾਸਬ ਨਹੀਂ ਸਮਝਿਆ ਕਿ ਇਹ ਨਿਰਭਉ ਕਿਉਂ ਆ, ਇਹ ਡਰਦਾ ਕਿਉਂ ਨਹੀਂ ਸਾਡੇ ਕੋਲੋਂ। ਫਿਰ ਕਦੀ ਵਿਦੇਸ਼ੀ ਹੁਕਮਰਾਨਾਂ ਨੇ, ਕਦੀ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਸਿੱਖ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਨਿਰਭਉ ਨਹੀਂ ਰਹਿਣ ਦੇਣਾ। ਪਰ ਉਹਨਾਂ ਨੂੰ ਪਤਾ ਨਹੀਂ, ਸਿੱਖ ਜਿਸ ਦੇ ਨਾਲ ਜੁੜਿਆ, ਜਿਸ ਧੁਰੇ ਨਾਲ ਜੁੜਿਆ, ਇਹ ਉੱਥੋਂ ਸ਼ਕਤੀ ਆ ਰਹੀ ਹੈ। ਇਹ ਨਿਰਭਉ ਤਾਂ ਡਰਾਇਆ ਨਹੀਂ ਜਾ ਸਕਦਾ। ਫਿਰ ਗਾਹੇ ਅਵਗਾਹੇ ਕਦੀ ਵਿਦੇਸ਼ੀ ਹਕੂਮਤਾਂ, ਕਦੀ ਇਸ ਦੇਸ਼ ਦੀਆਂ ਹਕੂਮਤਾਂ ਨੇ ਡਰਾਇਆ। ਸਿੱਖ ਨੇ ਜਦੋਂ ਨਿਰਭਉ ਹੋਣ ਦਾ ਸਬੂਤ ਦਿੱਤਾ, ਫਿਰ ਇਹਨਾਂ ਨੂੰ ਬੜੇ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਕਿ ਇਹ ਨਾਗਰਿਕ ਹੀ ਨਹੀਂ। ਬੜੇ ਤਰ੍ਹਾਂ ਦੇ ਖਿਤਾਬ ਸਾਨੂੰ ਦਿੱਤੇ ਗਏ, ਪਰ ਗਲਤੀਆਂ ਸਰਕਾਰਾਂ ਦੀਆਂ, ਭਾਵੇਂ ਵਿਦੇਸ਼ੀ ਹਕੂਮਤਾਂ ਦੀਆਂ, ਭਾਵੇਂ ਸਾਡੇ ਦੇਸ਼ ਦੀਆਂ ਹਕੂਮਤਾਂ ਦੀਆਂ, ਕਿ ਜਦੋਂ ਨਿਰਭਉ ਰਹਿਣ ਹੀ ਨਹੀਂ ਦੇਣਾ, ਡਰਾਉਣ ਦੀ ਕੋਸ਼ਿਸ਼ ਕਰਨੀ। ਗੁਰੂ ਕਾ ਸਿੱਖ ਜੇ ਕਿਸੇ ਕੋਲੋਂ ਡਰਦਾ ਨਹੀਂ ਤੇ ਕਿਸੇ ਨੂੰ ਡਰ ਦਿੰਦਾ ਵੀ ਨਹੀਂ, ਫਿਰ ਦੁੱਖ ਕਿਹੜੀ ਗੱਲ ਦਾ। ਪਰ ਨਿਰਭਉ ਹੋਣਾ ਤੇ ਮੰਨ ਲਿਆ ਵੀ ਸਾਡਾ ਵੀ ਸਾਥ ਦਿਓ। ਜਦੋਂ ਨਿਰਭਉ ਹੁੰਦਾ, ਜਦੋਂ ਨਿਰਵੈਰ ਹੁੰਦਾ ਗੁਰੂ ਕਾ ਸਿੱਖ, ਦੂਸਰੀਆਂ ਕੌਮਾਂ ਦਾ ਸਾਥ ਦਿੰਦਾ, ਉਹ ਤੇ ਪ੍ਰਵਾਨ। ਪਰ ਜਦੋਂ ਨਿਰਭਉ ਹੁੰਦਾ ਗੁਰੂ ਕਾ ਸਿੱਖ, ਉਹ ਸਾਡੀਆਂ ਹਕੂਮਤਾਂ ਨੂੰ ਵੀ ਪ੍ਰਵਾਨ ਨਹੀਂ, ਵਿਦੇਸ਼ੀ ਹਕੂਮਤਾਂ ਨੂੰ ਵੀ ਪ੍ਰਵਾਨ ਨਹੀਂ। ਫਿਰ ਡਰਾਉਣ ਦੀ, ਧਮਕਾਉਣ ਦੀ ਗਾਹੇ ਅਵਗਾਹੇ ਕੋਸ਼ਿਸ਼ ਕੀਤੀ ਜੀ। ਜਲਿਆਂਵਾਲੇ ਬਾਗ ਦਾ ਸਾਕਾ ਵਾਪਰਿਆ। ਜਨਰਲ ਅਡਵਾਇਰ ਨੇ ਅਨੇਕਾਂ ਨਿਹੱਥਿਆਂ ਨੂੰ ਸ਼ਹੀਦ ਕੀਤਾ ਜੀ। 20-21-22 ਸਾਲ ਬਾਅਦ, ਤਕਰੀਬਨ 20-21 ਸਾਲ ਦਾ ਸਮਾਂ ਘਾਲਣਾ ਘਾਲੀ ਸ਼ਹੀਦ ਊਧਮ ਸਿੰਘ ਨੇ। ਲੰਡਨ ਦੀ ਧਰਤੀ ਤੇ ਜਾ ਕਰਕੇ ਮਾਈਕਲ ਉਡਵਾਰ ਨੂੰ ਮਾਰਿਆ। ਸਬੂਤ ਦਿੱਤਾ ਕਿ ਅਸੀਂ ਨਿਰਵੈਰ ਵੀ ਹਾਂ ਤੇ ਅਸੀਂ ਨਿਰਭਉ ਵੀ ਹਾਂ। 20 ਸਾਲ ਲੱਗ ਗਏ ਉਹਨੂੰ ਇਹ ਸਬੂਤ ਦਿੰਦਿਆਂ। ਗੁਰੂ ਕੇ ਖਾਲਸੇ ਨੂੰ 20 ਸਾਲ ਦਾ ਸਮਾਂ ਲੱਗ ਗਿਆ ਇਹ ਸਬੂਤ ਦੇਣ ਵਾਸਤੇ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨ ਤਾਨ। ਨਾ ਭੈ ਦਿੰਨੇ ਆ, ਨਾ ਭੈ ਮੰਨਣਾ। ਗਾਹੇ ਅਵਗਾਹੇ ਇਤਿਹਾਸ ਭਰਿਆ ਪਿਆ ਜੀ। ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਮੱਸਾ ਰੰਗੜ ਵੀ ਆਇਆ ਕਿ ਮੈਂ ਕਿਸੇ ਦਾ ਭੈ ਨਹੀਂ ਮੰਨਦਾ। ਇਤਿਹਾਸ ਸਾਰੇ ਜਾਣੋ। ਮੰਜਾ ਡਾਇਆ ਵੇਸਵਾ ਨਚਾਈ। ਪਰ ਜਦੋਂ ਗੁਰੂ ਕੇ ਖਾਲਸੇ ਨੇ ਸਬੂਤ ਦਿੱਤਾ ਕਿ ਜੇ ਕਿਸੇ ਨੂੰ ਭੈ ਦਿੰਦੇ ਨਹੀਂ, ਮੰਨੀਏ ਕਿਉਂ, ਫਿਰ ਇਤਿਹਾਸ ਬੋਲਦਾ ਪਿਆ ਧਾੜੀ ਉਹਦੇ ਪਰਿਵਾਰ ਨੂੰ ਮਿਲਿਆ ਸੀ, ਸਿਰ ਨਹੀਂ ਸੀ ਮਿਲਿਆ। ਮੱਸੇ ਰੰਗੜ ਦਾ ਸਿਰ ਫਿਰ ਸਿੰਘ ਸੂਰਮੇ ਨਾਲ ਹੀ ਵੱਢ ਕੇ ਲੈ ਗਏ ਸਨ। ਇਸੇ ਹੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕਰਕੇ ਤੋਰਿਆ। ਸ਼ਾਸਲ ਬੇਗ, ਬਾਸ਼ਲ ਬੇਗ, ਜਿਨ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜੀ। ਜਲਾਲੂਦੀਨ
ਜਲਾਦ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ। ਸਮਾਣੇ ਦੇ ਰਹਿਣ ਵਾਲੇ ਥਾਪੜਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮਾਣੇ ਆਣ ਕੇ ਉਹਨਾਂ ਨੂੰ ਝਟਕਾਇਆ, ਸਬੂਤ ਦਿੱਤਾ ਕਿ ਅਸੀਂ ਨਿਰਭਉ ਵੀ ਹਾਂ ਤੇ ਨਿਰਵੈਰ ਵੀ ਹਾਂ। ਇੰਦਰਾ ਨੂੰ ਵੀ ਭੁਲੇਖਾ ਪੈ ਗਿਆ ਜੀ। ਸਾਡੇ ਦੇਸ਼ ਦੀ ਵਿਦੇਸ਼ੀਆਂ ਨੂੰ ਨਹੀਂ ਭੁਲੇਖਾ ਪੈਂਦਾ ਰਿਹਾ, ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਵੀ ਭੁਲੇਖਾ ਪੈਂਦਾ ਰਿਹਾ। ਤੇ ਅਕਾਲ ਪੁਰਖ ਦਾ ਪੁਜਾਰੀ ਖਾਲਸਾ, ਅਕਾਲ ਪੁਰਖ ਕੀ ਪੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਫਿਰ ਗਾਹੇ ਅਵਗਾਹੇ ਆਪਣੀਆਂ ਸਰਕਾਰਾਂ ਨੂੰ ਵੀ ਸਾਨੂੰ ਸਬੂਤ ਦੇਣਾ ਪਿਆ ਕਿ ਅਸੀਂ ਨਿਰਵੈਰ ਵੀ ਹਾਂ, ਤੁਹਾਡੇ ਨਾਲ ਵੈਰ ਨਹੀਂ ਕਰਦੇ, ਪਰ ਨਿਰਭਉ ਵੀ ਹਾਂ, ਕਿਸੇ ਦੀ ਈਨ ਨਹੀਂ ਮੰਨਦੇ। ਉਹੋ ਹੀ ਸਨ ਨਾ ਜੀ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਰ ਸਿੰਘ, ਬੀਬੀ ਇੰਦਰਾ ਦੇ ਅੰਗ ਰੱਖਿਅਕ ਸਨ ਨਾ। ਉਹਨਾਂ ਕੁਝ ਨਹੀਂ ਕਿਹਾ ਇੰਦਰਾ ਨੂੰ, ਪਰ ਜਦੋਂ ਉਸਨੇ ਇੱਥੇ ਹਮਲਾ ਕੀਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਉੱਪਰ, ਉਹ ਕੁਝ ਸਮਾਂ ਪਹਿਲੋਂ ਉਹ ਅੰਗ ਰੱਖਿਅਕ ਸਨ ਕਿਉਂਕਿ ਨਿਰਵੈਰ ਆ ਖਾਲਸਾ, ਪਰ ਜਦੋਂ ਸਾਡੇ ਨਾਲ ਵੈਰ ਕੀਤਾ ਗਿਆ ਉਸੇ ਹੀ ਖਾਲਸੇ ਨੇ ਫਿਰ ਬੀਬੀ ਇੰਦਰਾ ਨੂੰ ਵੀ ਝਟਕਾ ਦਿੱਤਾ ਕਿ ਜੇ ਅਸੀਂ ਕਿਸੇ ਨੂੰ ਡਰ ਦਿੰਦੇ ਨਹੀਂ, ਕਿਸੇ ਦਾ ਡਰ ਮੰਨੀਏ ਕਿਉਂ। ਫਿਰ ਇੱਥੇ ਫੌਜ ਦੀ ਕਮਾਂਡ ਕਰਨ ਵਾਲਾ ਜਨਰਲ ਵੈਦਿਆ ਚੀਫ ਇਨ ਕਮਾਂਡਰ ਸੀ, ਜਿਹਨੇ ਹਮਲਾ ਕਰਵਾਇਆ। ਫੌਜ ਦਾ ਕਮਾਂਡਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦਾਸ ਅੱਜ ਤੱਕ ਤਕਰੀਬਨ ਬਹੁਤਾ ਖਾਮੋਸ਼ ਹੈ, ਪਰ ਸੰਗਤ ਦੇ ਸਾਹਮਣੇ ਬਿਆਨ ਕਰ ਦੇਵਾਂ। ਦਾਸ ਭਾਈ ਹਰਜਿੰਦਰ ਸਿੰਘ ਜਿੰਦੇ ਸ਼ਹੀਦ ਦੇ ਪਰਿਵਾਰ ਦਾ ਮੈਂਬਰ ਹੈ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ 84 ਤੋਂ ਲੈ ਕੇ 86 ਤੱਕ ਬੜੀ ਘਾਲਣਾ ਦੇ ਵਿੱਚੋਂ ਲੰਘੇ ਜੀ ਇਹ ਸਿੰਘ ਸੂਰਮੇ। ਅਖੀਰ ਉਸ ਚੀਫ ਇਨ ਕਮਾਂਡਰ ਜਨਰਲ ਵੈਦਿਆ ਨੂੰ ਜਾ ਕੇ ਝਟਕਾਇਆ ਤੇ ਦੱਸ ਦਿੱਤਾ ਖਾਲਸਾ ਨਿਰਭਉ ਵੀ ਹੈ ਤੇ ਨਿਰਵੈਰ ਵੀ ਹੈ। ਭੈ ਕਾਹੂ ਕਉ ਦੇਤ ਨਹਿ ਭੈ ਮਾਨ ਧਿਆਨ, ਗੁਰੂ ਕਾ ਖਾਲਸਾ ਨਾ ਤੇ ਕਿਸੇ ਤੇ ਬਿਲੋੜਾ ਭਾਉ ਪਾਉਂਦਾ, ਨਾ ਕਿਸੇ ਨੂੰ ਡਰਾਉਂਦਾ, ਨਾ ਕਿਸੇ ਨੂੰ ਧਮਕਾਉਂਦਾ ਤੇ ਨਾ ਕਿਸੇ ਦੇ ਕੋਲੋਂ ਡਰਦਾ। ਇਹ ਅਸਲ 'ਚ ਸਾਨੂੰ ਸਾਡੇ ਗੁਰੂ ਸਾਹਿਬਾਨ ਜੀ ਦੇ ਕੋਲੋਂ, ਸਾਨੂੰ ਸਾਡੀ ਵਿਰਾਸਤ ਵਿੱਚੋਂ, ਸਾਡੇ ਇਤਿਹਾਸ ਵਿੱਚੋਂ ਗੁਣ ਮਿਲੇ ਹਨ। ਤੇ ਜਦੋਂ ਸਿੱਖਾਂ ਨੇ ਫਿਰ ਇਹ ਦੁਹਰਾਏ ਕਿ ਅਸੀਂ ਨਿਰਵੈਰ ਹਾਂ ਤੇ ਨਿਰਭਉ ਵੀ ਹਾਂ, ਫਿਰ ਲਕਬ ਬੜੇ ਦਿੱਤੇ ਸਾਨੂੰ। ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਵੀ ਬੜੇ ਲਕਬ ਦੇ ਦੇ ਕੇ ਨਿਵਾਜਿਆ, ਨਿਆਂ ਨਹੀਂ ਕੀਤਾ। ਇਹ ਨਹੀਂ ਕਿਹਾ ਕਿ ਤੁਸੀਂ ਠੀਕ ਸੋ ਅਸੀਂ ਗਲਤ ਹਾਂ, ਨਹੀਂ, ਉਲਟੇ ਹੋਰ ਲਕਬ ਦੇ ਦੇ ਕਰਕੇ ਫੇਰ ਵੀ ਸਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਅੱਜ ਦੇ ਦਿਨ ਉਹਨਾਂ ਮਹਾਨ ਸਿੰਘ ਸੂਰਮਿਆਂ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ ਨੂੰ ਇਸੇ ਕਾਰਨ ਕਰਕੇ 9 ਅਕਤੂਬਰ 1992 ਨੂੰ ਪੂਨੇ ਜਾਰਵੜਾ ਜੇਲ੍ਹ ਵਿੱਚ ਫਾਂਸੀ ਦੇ ਕਰਕੇ ਸ਼ਹੀਦ ਕੀਤਾ ਗਿਆ। ਪਤਾ ਕਾਰਨ ਕੀ? ਕਿ ਤੁਸੀਂ ਸਾਡੇ ਘਰ ਤੇ ਹਮਲਾ ਕੀਤਾ, ਅਸੀਂ ਤੁਹਾਨੂੰ ਜਵਾਬ ਦਿੱਤਾ, ਤੁਹਾਡੀ ਆਈ ਭਾਜੀ ਮੋੜੀ, ਉਸ ਦਾ ਖਮਿਆਜਾ ਅੱਜ 2 ਸਿੰਘ ਸੂਰਮੇ ਹੱਸ ਹੱਸ ਕੇ ਫਾਂਸੀਆਂ ਤੇ ਚੜ੍ਹ ਕੇ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਅੱਜ ਦੇ ਦਿਨ ਉਹਨਾਂ 2 ਮਹਾਨ ਸੂਰਮਿਆਂ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ ਹੈ। ਆਓ ਹੁਣ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਹੁਕਮਨਾਮਾ ਸਾਹਿਬ ਜੀ ਦੀ ਦਾਤ ਬਖਸ਼ਿਸ਼ ਹੋਈ, ਉਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਇੱਕ ਵਾਰ ਸਮੂਹ ਮਾਈ ਭਾਈ ਗੁਰੂ ਚਰਨਾਂ ਵਿੱਚ ਸੁਰਤ ਜੋੜਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਤੇ ਤੁਕੀ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸਾਹਿਬ ਰਾਗ ਸੋਰਠ ਦੇ ਵਿੱਚ ਉਚਾਰਨ ਕਰਤਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਘਰ ਪਹਿਲਾ, ਪਹਿਲੇ ਘਰ ਸੁਰ ਤਾਲ ਵਿੱਚ ਗਾਇਣ ਦਾ ਹੁਕਮ ਹੈ। ਤੇ ਤੁਕੀ,
ਅਸ਼ਟਪਦੀ ਹੈ ਜੀ। 8 ਪਦਿਆਂ ਦਾ ਇਹ ਸ਼ਬਦ ਹੈ। ਹਰੇਕ ਪਦੇ ਦੇ ਵਿੱਚ ਤੇ ਤੁਕੀ ਤੋਂ ਭਾਵ 3 ਤੁਕਾਂ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਪਰਿਪੂਰਨ ਪਰਮਾਤਮਾ, ਇੱਕ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ, ਸਮੁੱਚੀ ਕਾਇਨਾਤ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਲਹਿਤਾ ਕਰਨ ਵਾਲਾ। ਸਤ ਜੋ ਨਾਸ ਤੋਂ ਰਹਿਤ ਹੈ, ਅਮਰ। ਗੁਰ ਜੋ ਚੇਤਨ ਸਰੂਪ, ਪ੍ਰਸੰਦ ਕਹੀਏ ਆਨੰਦ ਸਰੂਪ। ਗੁਰ ਦੇ ਅੱਖਰੀ ਅਰਥ ਬੜੇ ਵਿਦਵਾਨਾਂ ਕੀਤੇ। ਇੱਕ ਇਹ ਵੀ ਕੀਤਾ, ਗੱਗੇ ਔਂਕੜ ਗੋ ਤੋਂ ਭਾਵ ਅਗਿਆਨਤਾ ਦਾ ਹਨੇਰਾ, ਤੇ ਰਾਹ ਤੋਂ ਭਾਵ ਜੋ ਅਗਿਆਨਤਾ ਦੇ ਹਨੇਰੇ ਨੂੰ ਨਾਸ਼ ਕਰਕੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਵਾਲਾ। ਐਸੇ ਸਤਿਗੁਰ ਸੱਚੇ ਗੁਰੂ ਦੀ ਪ੍ਰਾਪਤੀ, ਸਤਿਗੁਰ ਪ੍ਰਸਾਦ, ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਸੱਚੇ ਗੁਰਾਂ ਦੀ ਪ੍ਰਸਾਦ ਕਹੀਏ, ਕਿਰਪਾ ਦੁਆਰਾ ਹੁੰਦੀ ਹੈ। ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਓ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਹਰ ਜੀਓ ਹੈ ਪਰਿਪੂਰਨ ਪਰਮਾਤਮਾ, ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲੇ, ਸਾਡੇ ਔਗਣਾਂ ਨੂੰ ਹਰ ਲੈਣ ਵਾਲੇ, ਸਾਨੂੰ ਗੁਣਾਂ ਨਾਲ ਭਰਪੂਰ ਕਰਨ ਵਾਲੇ। ਪਰਿਪੂਰਨ ਪਰਮਾਤਮਾ ਹਰ ਜੀਓ, ਭਗਤਾ ਦੀ ਸਦਾ ਤੂੰ ਰੱਖਦਾ। ਤੂੰ ਆਪਣੇ ਭਗਤਾਂ ਦੀ, ਜੋ ਤੇਰੀ ਬੰਦਗੀ ਕਰਨ ਵਾਲੇ, ਤੈਨੂੰ ਯਾਦ ਕਰਨ ਵਾਲੇ, ਤੇਰੇ ਚਰਨਾਂ ਨਾਲ ਜੁੜੇ ਰਹਿਣ ਵਾਲੇ ਨਾ, ਸਦੀਵ ਕਾਲ ਉਹਨਾਂ ਦੀ ਰੱਖਿਆ ਕਰਦਾ ਆਇਆ ਹੈ। ਧੁਰ ਤੂੰ ਰੱਖਦਾ ਆਇਆ। ਤੇ ਇਹ ਕੋਈ ਵਰਤਾਰਾ ਹੁਣ ਨਹੀਂ ਜਾਂ ਗਾਂ ਨਹੀਂ ਹੋਵੇਗਾ, ਨਹੀਂ, ਜੁਗਾਂ ਜੁਗਾਂਤਰਾਂ ਦੇ ਆਦ ਤੋਂ ਤੁਰਿਆ ਆਇਆ, ਰੱਖਦਾ ਆਇਆ, ਰੱਖ ਰਿਹਾ ਤੇ ਰੱਖ ਰਵੇਂਗਾ, ਰੱਖਦਾ ਹੀ ਰਵੇਂਗਾ। ਇਹ ਤੇਰਾ ਬਿਰਦ ਸੁਭਾਅ ਹੈ। ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਓ। ਇੱਥੇ ਫਿਰ ਉਦਾਹਰਨ ਦਿੱਤੀ ਹੈ। ਆਪ ਜੀ ਸਾਰੇ ਹੀ ਇਸ ਸਾਖੀ ਤੋਂ ਜਾਣੂ ਹੋ ਕਿ ਪ੍ਰਹਲਾਦ ਨੂੰ ਉਸ ਦਾ ਪਿਤਾ ਹਰਣਾਕਸ਼ ਨਾਮ ਜਪਣ ਤੋਂ ਰੋਕਦਾ ਸੀ। ਹਾਲਾਤ ਇੱਥੋਂ ਤੱਕ ਆ ਗਏ, ਤਲਵਾਰ ਕੱਢੀ, ਸਿਰ ਕਲਮ ਕਰਨ ਲੱਗਾ, ਕਹਿਣ ਲੱਗਾ, ਜੇ ਤੇਰਾ ਰੱਬ ਹੈ ਮੇਰਾ ਹੱਥ ਰੋਕ ਕੇ ਵਿਖਾਵੇ। ਅੱਜ ਵੀ ਕਹਿ ਦਿੱਤਾ ਜਾਂਦਾ, ਰੱਬ ਨੇੜੇ ਕਿ ਕਸੁੰਨ। ਆਮ ਦੁਨਿਆਵੀ ਬੰਦਾ ਕਹੇਗਾ ਕਸੁੰਨ ਨੇੜੇ, ਪਰ ਧਰਮੀ ਬੰਦਾ ਕਹੇਗਾ ਕਸੁੰਨ ਵੱਜ ਤਾਂ ਹੀ ਸਕਦਾ ਜਿਸ ਪਰਮੇਸ਼ਰ ਨੇ ਵਿੱਚ ਸੱਤਿਆ ਪਾਈ, ਉਹ ਸੱਤਿਆ ਖਿੱਚ ਲਵੇਗਾ ਨਾ, ਇਹ ਮੁੱਠੀ ਇਹ ਕਸੁੰਨ ਉੱਥੇ ਹੀ ਡਿੱਗ ਪਵੇਗਾ। ਅੰਦਰ ਸੱਤਿਆ ਪਰਮੇਸ਼ਰ ਨੇ ਪਾਈ ਹੈ, ਇਸ ਕਰਕੇ ਕਸੁੰਨ ਨੇੜੇ ਨਹੀਂ, ਰੱਬ ਨੇੜੇ ਹੈ। ਪ੍ਰਹਲਾਦ ਦੇ ਪਿਤਾ ਨੇ ਵੀ ਕਿਹਾ ਕਿ ਜੇ ਤੇਰਾ ਰੱਬ ਹੈ ਮੇਰਾ ਹੱਥ ਰੋਕ ਕੇ ਵਿਖਾਵੇ, ਨਹੀਂ ਤੇ ਵਿਧੀ ਵਿਧਾਨ ਹੈ ਇਸ ਮਾਤ ਲੋਕ ਦਾ ਪਰਮੇਸ਼ਰ ਨੇ ਬਣਾਇਆ। ਅੰਡਜ, ਜੇਰਜ, ਸੇਤਜ, ਉਤਪੁਜ, 4 ਖਾਣੀਆਂ ਰਾਹੀਂ ਉਤਪਤੀ ਹੁੰਦੀ ਹੈ ਇਸ ਮਾਤ ਲੋਕ ਦੇ ਜੀਵਾਂ ਦੀ। ਪਰ ਥੰਮ ਉਪਾੜ ਹਰਿ ਆਪ ਦਿਖਾਇਆ, ਪ੍ਰਹਲਾਦ ਕਾ ਰਾਖਾ ਹੋਏ ਰਘੁਰਾਇਆ। ਪਰਮੇਸ਼ਰ ਜੀ ਥੰਮ ਵਿੱਚੋਂ ਪੈਦਾ ਹੋਏ ਤੇ ਪਰਮੇਸ਼ਰ ਦੀ ਰੱਖਿਆ ਕੀਤੀ। ਹਰਨਾਖਸ ਮਾਰ ਪਚਾਇਆ। ਤੇ ਉਸ ਦੇ ਪਿਤਾ ਹਰਨਾਕਸ਼ ਨੂੰ ਫਿਰ ਨੌਵਾਂ ਦੇ ਨਾਲ ਪਾੜ ਕੇ ਰੱਖ ਦਿੱਤਾ। ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਓ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਪਰਿਪੂਰਨ ਪਰਮਾਤਮਾ, ਪਰ ਇਹ ਭਰੋਸਾ ਕਿ ਰੱਬ ਨੇੜੇ ਕੇ ਕਸੁੰਨ, ਇਹ ਪ੍ਰਤੀਤ, ਇਹ ਭਰੋਸਾ ਕੇਵਲ ਗੁਰਮੁਖਾਂ ਨੂੰ, ਜਿਨ੍ਹਾਂ ਦਾ ਮੁਖ ਗੁਰੂ ਵੱਲ, ਜੋ ਗੁਰੂ ਨਾਲ ਜੁੜੇ, ਇਹ ਭਰੋਸਾ ਉਹਨਾਂ ਨੂੰ ਹੈ, ਕਿਹਨਾਂ ਨੂੰ ਨਹੀਂ ਹੈ। ਮਨਮੁਖ ਭਰਮ ਭੁਲਾਇਆ। ਜੋ ਮਨਮੁਖ ਜਿਨ੍ਹਾਂ ਨੂੰ ਗੁਰੂ ਉੱਪਰ ਭਰੋਸਾ ਨਹੀਂ, ਪਰਮੇਸ਼ਰ ਉੱਪਰ ਭਰੋਸਾ ਨਹੀਂ, ਉਹ ਫਿਰ ਆਪਣੇ ਧਨ ਦਾ, ਆਪਣੇ ਪਦਾਰਥਾਂ ਦਾ, ਆਪਣੀਆਂ ਰਾਜਨੀਤਿਕ ਸ਼ਕਤੀਆਂ ਦਾ ਹੀ ਭਰੋਸਾ ਮੰਨਦੇ ਹਨ। ਹਰ ਜੀ ਇਹ ਤੇਰੀ ਵਡਿਆਈ। ਇਹ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲੇ ਪਰਮੇਸ਼ਰ ਜੀ, ਇਹ ਆਪ ਜੀ ਦੀ ਵਡਿਆਈ ਹੈ, ਬਹੁਤ ਵੱਡੀ ਵਡਿਆਈ, ਬਹੁਤ ਵੱਡੀ ਖੂਬੀ ਹੈ ਕੀ ਜੀ। ਭਗਤਾ ਕੀ ਪੈਜ ਰੱਖ ਤੂੰ ਸੁਆਮੀ। ਆਪ ਜੀ ਸ਼ੁਰੂ ਤੋਂ ਹੀ ਜੋ ਆਪ ਜੀ ਦੇ ਚਰਨਾਂ ਨਾਲ ਜੁੜਦੇ, ਬੰਦਗੀ ਕਰਦੇ, ਸਿਮਰਨ ਕਰਦੇ,
ਉਹਨਾਂ ਦੀ ਪੈਜ ਲਾਜ ਰੱਖਦੇ ਆਏ ਹੋ। ਭਗਤ ਤੇਰੀ ਸਰਨਾਈ, ਪਰ ਭਗਤਾਂ ਨੂੰ ਆਪ ਜੀ ਦੇ ਉੱਪਰ ਭਰੋਸਾ ਹੈ, ਪ੍ਰਤੀਤ ਹੈ ਉਹ ਕੇਵਲ ਆਪ ਜੀ ਦੀ ਸ਼ਰਨ ਤੱਕਦੇ। ਉਹ ਨਾ ਤੇ ਕਿਸੇ ਰਾਜਨੀਤਿਕ ਦੀ, ਨਾ ਕਿਸੇ ਪਦਾਰਥ ਦੀ, ਤੇ ਨਾ ਕਿਸੇ ਸ਼ਕਤੀ ਦੀ ਜੋ ਪਰਮੇਸ਼ਰ ਜੀ ਤੁਸੀਂ ਪੈਦਾ ਕੀਤੀਆਂ ਉਸ ਦੀ ਸ਼ਰਨ ਤੱਕਦੇ ਹਨ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਭਗਤਾ ਨੋ ਜਮ ਜੋਹੇ ਨਾ ਸਾਕਾ, ਫਿਰ ਜੋ ਆਪ ਜੀ ਦੇ ਚਰਨਾਂ ਨਾਲ ਜੁੜਦੇ ਹਨ, ਆਪ ਜੀ ਦੇ ਭਗਤ ਪਿਆਰੇ, ਜਾਮ ਉਹਨਾਂ ਨੂੰ ਜੋ ਧਰਮ ਰਾਏ ਦੇ ਦੂਤ ਹਨ ਉਹ ਛੋਹ ਵੀ ਨਹੀਂ ਸਕਦੇ। ਕਾਲ ਨਾ ਨੇੜਾ ਜਾਈ, ਤੇ ਫਿਰ ਕਾਲ ਵੀ ਉਹਨਾਂ ਕੋਲੋਂ ਭਾਉ ਖਾਂਦਾ। ਕਿਉਂ? ਆਪਾਂ ਜ਼ਿਕਰ ਕਰ ਆਏ ਆ ਨਾ ਕਿ ਸਿੱਖ ਜਦੋਂ ਜਪਦਾ ਕਾਲ ਪੁਰਖ ਨੂੰ, ਪਰਮੇਸ਼ਰ ਨੂੰ, ਫਿਰ ਨਿਰਭਉ ਹੋ ਜਾਂਦਾ, ਨਿਰਵੈਰ ਹੋ ਜਾਂਦਾ। ਫਿਰ ਕਾਲ ਵੀ ਖਾਲਸੇ ਦੇ, ਗੁਰੂ ਦੇ ਖਾਲਸੇ ਦੇ ਇਸ ਗੁਣ ਤੋਂ ਡਰਦਾ ਕਿ ਜੇ ਇਹ ਨਿਰਭਉ ਹੈ, ਇਹ ਨਿਰਵੈਰ ਵੀ ਹੈ, ਤੇ ਜੇ ਇਹ ਨਿਰਵੈਰ ਹੈ, ਨਿਰਭਉ ਹੈ, ਗੁਰਬਾਣੀ ਅੰਦਰ ਜ਼ਿਕਰ ਆਉਂਦਾ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂ ਨਾ ਛੁਟੈ, ਨਿਕਟ ਨਾ ਜਾਈ ਉਹ ਦੂਤ। ਧਰਮ ਰਾਏ ਆਪਣੇ ਦੂਤਾਂ ਨੂੰ ਕਹਿੰਦਾ ਕਿ ਜਿੱਥੇ ਪਰਮੇਸ਼ਰ ਦੇ ਪਿਆਰੇ ਬੰਦਗੀ ਕਰਨ ਵਾਲੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਕਰਦੇ, ਨਿਤ ਪ੍ਰਤੀ ਕਰਦੇ ਹਨ, ਉੱਥੇ ਨਾ ਜਾਣਾ। ਜੇ ਜਾਓਗੇ ਨਾ ਹਉ ਨਾ ਮੈਂ ਨਾ ਤੂੰ ਨਾ ਛੁੱਟੇ, ਨਾ ਤੁਸੀਂ ਛੁੱਟ ਸਕੋਗੇ। ਕਿਉਂਕਿ ਪਰਮੇਸ਼ਰ ਨੇ ਆਪਾਂ ਨੂੰ ਹੁਕਮ ਲਾਇਆ ਜਿੱਥੇ ਬੰਦਗੀ ਦਾ ਪ੍ਰਤਾਪ, ਨਾਮ ਦਾ ਪ੍ਰਤਾਪ, ਉਥੇ ਧਰਮ ਰਾਏ ਨਾ ਤੂੰ ਨਾ ਤੇਰੇ ਦੂਤ ਜਾ ਸਕਦੇ ਹਨ। ਕੇਵਲ RAM ਨਾਮ ਮਨ ਵਸਿਆ, ਫਿਰ ਪਰਮੇਸ਼ਰ ਦੇ ਪਿਆਰਿਆਂ ਦੇ ਹਿਰਦੇ ਦੇ ਅੰਦਰ ਕੇਵਲ ਪਰਮੇਸ਼ਰ ਦਾ ਨਾਮ ਵਸਦਾ। ਤਾਂ ਹੀ ਫਿਰ ਗੁਰੂ ਕਾ ਖਾਲਸਾ ਸਰਕਾਰਾਂ ਨਾਲ ਵੀ ਮੱਥਾ ਲਾ ਲਾਉਂਦਾ, ਕਿਉਂਕਿ ਨਿਰਭਉ ਹੋ ਜਾਂਦਾ, ਨਿਰਵੈਰ ਹੋ ਜਾਂਦਾ। ਉਹ ਫਿਰ ਭਾਉ ਕੇਵਲ ਪਰਮੇਸ਼ਰ ਦਾ, ਗੁਰੂ ਦਾ ਕਰਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ। ਫਿਰ ਪਰਮੇਸ਼ਰ ਦੇ ਨਾਮ ਦੀ ਬਦੌਲਤ ਉਹ ਆਵਾ ਗਾਉਣ ਦੇ ਚੱਕਰਾਂ ਤੋਂ, ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ। ਇਹ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਬੰਦਗੀ ਕਰਨ ਵਾਲੇ ਕੇਵਲ ਮੁਕਤ ਹੀ ਨਹੀਂ ਹੁੰਦੇ, ਰਿੱਧੀਆਂ ਸਿੱਧੀਆਂ ਕਰਾਮਾਤਾਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ, ਚਰਨਾਂ ਵਿੱਚ ਆਣ ਕੇ ਸੀਸ ਝੁਕਾਉਂਦੀਆਂ, ਹੁਕਮ ਕਰੋ ਗੁਰ ਕਾ ਸਹਿਜ ਸੁਭਾਈ। ਪਰ ਇਹ ਸਾਰੀਆਂ ਰਹਿਮਤਾਂ ਬਖਸ਼ਿਸ਼ਾਂ ਗੁਰੂ ਦੇ ਦੁਆਰਾ ਉਪਦੇਸ਼ ਦੀ ਕਮਾਈ ਕਰਕੇ ਸਹਿਜ ਸੁਭਾਈ ਸੁਤੇ ਸਿੱਧ ਗੁਰੂ ਕੇ ਖਾਲਸੇ ਨੂੰ ਪ੍ਰਾਪਤ ਹੋ ਜਾਂਦੀਆਂ ਹਨ। ਮਨ ਮੁਖਾ ਨੋ ਪ੍ਰਤੀਤ ਨਾ ਆਵੇ, ਪਰ ਇਹ ਰਹਿਮਤਾਂ ਬਖਸ਼ਿਸ਼ਾਂ ਜੋ ਗੁਰੂ ਦੀਆਂ ਮਿਲਦੀਆਂ ਮਨ ਮੁਖਾਂ, ਜੋ ਮਨ ਦੇ ਮਗਰ ਮੁਖ ਰੱਖ ਕੇ ਚੱਲਦੇ, ਉਹਨਾਂ ਨੂੰ ਇਹ ਭਰੋਸਾ ਨਹੀਂ ਆਉਂਦਾ ਕਿ ਗੁਰੂ ਵੀ ਕੋਈ ਸ਼ਕਤੀ ਰੱਖਦਾ ਹੈ। ਅੰਤਰ ਲੋਭ ਸੁਆਉ, ਭਰੋਸਾ ਕਿਉਂ ਨਹੀਂ ਆਉਂਦਾ? ਸਤਿਗੁਰਾਂ ਨੇ ਜ਼ਿਕਰ ਕੀਤਾ, ਉਹਨਾਂ ਨੂੰ ਪਦਾਰਥਾਂ ਦਾ ਲੋਭ, ਖਾਣ ਦਾ ਲੋਭ ਹੀ ਖਹਿੜਾ ਨਹੀਂ ਛੱਡਦਾ। ਉਹ ਉਹਨਾਂ ਦੀ ਪ੍ਰਾਪਤੀ ਵਾਸਤੇ ਫਿਰ ਵਲ-ਛਲ ਕਰਦੇ ਆ, ਮੁੱਖ ਗੁਰੂ ਵੱਲੋਂ ਹਟ ਕੇ ਮਨ ਦੇ ਫੁਰਨਿਆਂ ਸੰਕਲਪਾਂ ਵਿਕਲਪਾਂ ਮਗਰ ਲੱਗ ਜਾਂਦਾ ਹੈ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਮੁਖੀ ਗੁਰਾਂ ਦੁਆਰਾ ਸ਼ਬਦ ਪ੍ਰਾਪਤ, ਉਪਦੇਸ਼ ਪ੍ਰਾਪਤ ਨਹੀਂ ਕੀਤਾ, ਉਹਦੀ ਫਿਰ ਕਮਾਈ ਨਹੀਂ ਕੀਤੀ, ਤੇ ਸ਼ਬਦ ਨਾ ਭੇਦਿਓ, ਹਿਰਦਾ ਵਿੰਨਿਆ ਨਹੀਂ ਗਿਆ, ਭਾਵ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਨਹੀਂ ਵਸਿਆ। ਹਰ ਨਾਮ ਨਾ ਲਾਗਾ ਭਾਉ, ਇਸੇ ਕਰਕੇ ਫਿਰ ਪਰਮੇਸ਼ਰ ਦੇ ਨਾਮ ਦੇ ਨਾਲ ਭਾਉ ਕਹੀਏ, ਉਹਨਾਂ ਨੂੰ ਪ੍ਰੇਮ ਵੀ ਨਹੀਂ ਲੱਗਦਾ। ਕੂੜ ਕਪਟ ਪਾਜ ਲਹਿ ਜਾਸੀ, ਪਰ ਓੜਕ ਸਮਾਂ ਆਉਂਦਾ, ਝੂਠੇ ਪਾਜ ਅਡੰਬਰ ਸਾਰੇ ਲੈ ਜਾਂਦੇ। ਜੇ ਧਰਮੀ ਬਣਦਾ ਵਿਖਾਵਾ ਕਰੀਏ, ਅੰਦਰੋਂ ਧਰਮੀ ਨਾ ਹੋਈਏ, ਬਾਹਰੋਂ ਬੜਾ ਵਿਖਾਵਾ ਕਰੀਏ ਪਰ ਅੰਦਰੋਂ ਧਰਮੀ ਨਾ ਹੋਈਏ, ਤੇ ਓੜਕ ਨੂੰ ਜਦੋਂ ਬੰਦਗੀ ਕੋਈ ਨਹੀਂ ਕੀਤੀ, ਕਮਾਈ ਕੋਈ ਨਹੀਂ ਕੀਤੀ, ਗੁਰੂ ਦੀ ਕਾਰ ਵਿੱਚ ਨਹੀਂ ਚੱਲੇ,
ਓੜਕ ਨੂੰ ਇਹ ਪਾਜ ਲੈ ਜਾਂਦਾ ਹੈ, ਉਤਰ ਜਾਂਦਾ ਹੈ। ਮਨਮੁਖ ਫੀਕਾ ਅਲਾਓ, ਕਿਉਂਕਿ ਪ੍ਰਾਪਤੀ ਕੋਈ ਨਹੀਂ ਹੁੰਦੀ, ਮਨਮੁਖ ਨੂੰ ਬਖਸ਼ਿਸ਼ ਕੋਈ ਨਹੀਂ ਹੁੰਦੀ। ਜਦੋਂ ਉਹ ਫੱਕੇ ਬੋਲ ਬੋਲਦਾ, ਅਲਾਉਂਦਾ, ਬਰੜਾਉਂਦਾ, ਫਿਰ ਪਤਾ ਲੱਗ ਜਾਂਦਾ ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਓ। ਡੁੱਬ ਮੋਏ ਬੱਗ ਬਾਪੜੇ ਸਿਰ ਤਲ ਉੱਪਰ ਪਾਉਂ ਵਾਲੀ। ਜਦੋਂ ਹਾਲਤ ਹੁੰਦੀ ਹੈ ਮੈਂ ਜਾਣਿਆ ਵਡ ਹੰਸ ਹੈ, ਤਾਂ ਮੈਂ ਕੀਆ ਸੰਗ। ਜੇ ਜਾਣਾ ਬੱਗ ਬਾਪੜਾ ਜਨਮ ਨ ਭੇੜੀ ਅੰਗ। ਮਨੁੱਖ ਕਹਿੰਦਾ ਇਹ ਤੇ ਪਖੰਡੀ ਨਿਕਲਿਆ, ਇਹ ਤੇ ਦੰਭੀ ਨਿਕਲਿਆ। ਤਾਂ ਹੀ ਸਤਿਗੁਰਾਂ ਨੇ ਕਿਹਾ ਸੀ ਭਾਈ ਸਧਾਰਨ ਗੁਰੂ ਦੇ ਨਹੀਂ, ਗੁਰੂ ਸ਼ਬਦ ਹੈ, ਗੁਰੂ ਦੇ ਸ਼ਬਦ ਨਾਲ ਜੁੜੋ, ਫਿਰ ਕਦੀ ਵਿਛੋੜਾ ਨਹੀਂ ਹੋਵੇਗਾ, ਨਾ ਹੀ ਤੁਹਾਡੇ ਨਾਲ ਕਦੀ ਧੋਖਾ ਹੋਵੇਗਾ। ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ, ਫਿਰ ਰਹਿਮਤਾਂ ਮਿਲਦੀਆਂ ਬੰਦਗੀ ਕਰਨ ਵਾਲੇ ਭਗਤਾਂ ਨੂੰ, ਉਹਨਾਂ ਦੇ ਬੋਲਾਂ ਦੇ ਵਿੱਚ, ਉਹਨਾਂ ਦੀ ਕਾਰ ਵਿੱਚ, ਉਹਨਾਂ ਦੇ ਵਿਹਾਰ ਵਿੱਚ। ਜੈਸਾ ਸੇਵੇ ਤੈਸੋ ਹੋਵੇ ਦੇ ਸਿਧਾਂਤ ਅਨੁਸਾਰ ਪਰਮੇਸ਼ਰ ਹਰ ਪਲ ਆਪ ਵਰਤਦਾ, ਸਮਾਂ ਸੀਮਿਤ ਨਹੀਂ। ਨਹੀਂ ਤੇ ਪ੍ਰਭ ਜੀ ਵਸੇ ਸਾਧ ਕੀ ਰਸਨਾ। ਸੁਤੇ ਸਿੱਧ ਬਚਨ ਕੀਤਾ ਬੰਦਗੀ ਵਾਲੇ ਨੇ, ਉਹ ਪੂਰਾ ਹੋ ਗਿਆ। ਪੂਰਾ ਕੀਤਾ ਕਿੰਨੇ? ਪਰਮੇਸ਼ਰ ਨੇ ਕੀਤਾ। ਵਡਿਆਈ ਕਿਹਨੂੰ ਦਿੱਤੀ? ਬੰਦਗੀ ਕਰਨ ਵਾਲੇ ਨੂੰ ਦੇ ਦਿੱਤੀ। ਭਗਤੀ ਹੋ ਤੂੰ ਜਾਤਾ, ਪਰ ਭਗਤਾਂ ਨੇ ਪ੍ਰਾਪਤੀ ਕਿਵੇਂ ਕੀਤੀ? ਬੰਦਗੀ ਕਰਕੇ ਪਰਮੇਸ਼ਰ ਜੀ ਆਪ ਜੀ ਨੂੰ ਜਾਣਿਆ, ਆਪ ਵਿੱਚ ਅਭੇਦ ਹੋ ਗਏ। ਮਾਇਆ ਮੋਹ ਸਭ ਲੋਕ ਹੈ ਤੇਰੀ, ਉਹ ਜਾਣ ਲੈਂਦੇ ਹਨ ਕਿ ਇਹ ਸਭ ਲੋਕ, ਇਹ ਸ੍ਰਿਸ਼ਟੀ ਜੋ ਤੁਸੀਂ ਪੈਦਾ ਕੀਤੀ, ਜੋ ਮੋਹ ਮਾਇਆ ਦਾ ਵਰਤਾਰਾ ਨਾ, ਇਹ ਸਾਰਾ ਝੂਠਾ ਹੈ। ਤੂੰ ਏਕੋ ਪੁਰਖ ਵਿਧਾਤਾ, ਜਿਹੜਾ ਫਿਰ ਇਸ ਦੇ ਮਗਰ ਲੱਗ ਕਰਕੇ ਮੰਦ ਕਰਮ ਕਰੇਗਾ, ਨਖਿੱਧ ਕਰਮ ਕਰੇਗਾ, ਏਕੋ ਪੁਰਖ ਵਿਧਾਤਾ, ਫਿਰ ਉਹਨਾਂ ਕੀਤੇ ਕਰਮਾਂ ਦੇ ਅਨੁਸਾਰ ਫਲ ਦੇਣ ਵਾਲੇ ਪੁਰਖ ਵਿਧਾਤਾ, ਫਲ ਪ੍ਰਦਾਤਾ ਤੁਸੀਂ ਇੱਕ ਆਪ ਹੋ। ਹਉਮੈ ਮਾਰ ਮਨਸਾ ਮਨਹਿ ਸਮਾਣੀ, ਜੋ ਗੁਰੂ ਚਰਨਾਂ ਨਾਲ ਜੁੜ ਗਏ ਉਹਨਾਂ ਨੇ ਹਉਮੈ ਮਾਰ ਲਈ, ਇਸ ਸਰੀਰ ਦੀ ਹੰਗਤਾ ਮਾਰ ਲਈ। ਮਨਸਾ ਮਨੇ ਸਮਾਣੀ, ਮਨ ਦੀਆਂ ਵਾਸ਼ਨਾਵਾਂ ਨੂੰ ਲੋਕ ਲਿਆ, ਫੁਰਨੇ ਰੋਕ ਲਏ। ਮਨ ਦੇ ਵਿੱਚ ਗੁਰੂ ਦਾ ਭੈ ਵਸ ਗਿਆ। ਇਹ ਪ੍ਰਾਪਤੀ ਕਿਵੇਂ ਹੋਈ? ਗੁਰ ਕੈ ਸ਼ਬਦ ਪਛਾਤਾ, ਇਹ ਪ੍ਰਾਪਤੀ ਗੁਰੂ ਦੇ ਉਪਦੇਸ਼ ਦੁਆਰਾ ਹੋਈ, ਗੁਰੂ ਦੀ ਸਿੱਖਿਆ ਦੁਆਰਾ ਹੋਈ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਫਿਰ ਉਹਨਾਂ ਦੇ ਉੱਪਰ ਰਹਿਮਤਾਂ ਕੀ ਵਰਤਦੀਆਂ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਇਹ ਨਹੀਂ ਕਿ ਉਹ ਇਸ ਮਾਤ ਲੋਕ ਤੇ ਉਹਨਾਂ ਨੂੰ ਕਿਸੇ ਦੇ ਤਰਲੇ ਮਾਰਨੇ ਪੈਂਦੇ, ਨਹੀਂ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਤੁਹਾਡੇ ਨਾਲ ਵੀ ਵਾਪਰਦਾ ਹੋਵੇਗਾ। ਬੰਦਗੀ ਕਰਨ ਵਾਲੇ, ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ ਗੁਰਸਿੱਖ ਫੁਰਨਾ ਹੀ ਕੀਤਾ ਕਿ ਸਤਿਗੁਰੂ ਇਹ ਘਰ ਦਾ ਕੰਮ ਅੜਿਆ, ਦਿਨ ਨਹੀਂ ਚੜ੍ਹਦਾ, ਗੁਰੂ ਉਹ ਕੰਮ ਕਰ ਦਿੰਦਾ। ਇਸ ਤਰ੍ਹਾਂ ਉਹ ਆਪਣੇ ਪਿਆਰਿਆਂ ਦੇ ਅਚਿੰਤ ਹੀ ਕੰਮ ਕਰ ਦਿੰਦਾ ਹੈ। ਜਿਨ ਹਰਿ ਕਾ ਨਾਮ ਪਿਆਰਾ, ਪਰ ਕੰਮ ਉਹਨਾਂ ਦੇ ਹੁੰਦੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ, ਜਿਨ੍ਹਾਂ ਨੂੰ ਪਦਾਰਥ ਪਿਆਰੇ, ਰਾਜਨੀਤਿਕ ਲੋਕਾਂ ਦੀ ਸ਼ਰਨ ਪਿਆਰੀ, ਕਿਸੇ ਦੈਵੀ ਸ਼ਕਤੀ ਦੀ ਸ਼ਰਨ ਪਿਆਰੀ, ਉਹਨਾਂ ਦੇ ਕੰਮ ਨਹੀਂ ਹੁੰਦੇ। ਗੁਰ ਪ੍ਰਸਾਦ ਸਦਾ ਮਨ ਵਸਿਆ, ਕਿਉਂਕਿ ਗੁਰੂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਉਹਨਾਂ ਦੇ ਹਿਰਦੇ ਦੇ ਵਿੱਚ ਸਦੀਵ ਕਾਲ ਨਾਮ ਵਸ ਜਾਂਦਾ ਹੈ। ਸਭ ਕਾਜ ਸਵਾਰਨ ਹਾਰਾ, ਉਹ ਫਿਰ ਨਾਮ ਹੀ ਨਾਮੀ ਦੇ ਰੂਪ ਵਿੱਚ ਉਹਨਾਂ ਦੇ ਕਾਰਜ ਲੋਕ ਪਰਲੋਕ ਦੇ ਸਫਲੇ ਕਰਦਾ ਹੈ। ਉਹਨਾਂ ਕੀ ਰੀਸ ਕਰੇ ਸੋ ਵਿਗੁਚਾ, ਹੁਣ ਬੰਦਗੀ ਕੋਈ ਕੀਤੀ ਨਾ, ਗੁਰੂ ਵਾਲੇ ਬਣੇ ਨਾ, ਕਮਾਈ ਕੋਈ ਕੀਤੀ ਨਾ, ਟਹਿਲ ਸੇਵਾ ਕਦੇ ਕੀਤੀ ਨਾ, ਤੇ ਰੀਸ ਕਰੀਏ ਕਿ ਮੈਂ ਬਚਨ ਕਰਾਂ ਤੇ ਪੂਰਾ ਹੋ ਜਾਵੇ। ਪੂਰਾ ਕਿੱਥੋਂ ਹੋਵੇ? ਅੰਦਰ ਸ਼ਕਤੀ, ਅੰਦਰ ਰਹਿਮਤ, ਅੰਦਰ ਬਖਸ਼ਿਸ਼ ਤੇ ਨਾਮ ਦੀ ਵਰਤਣੀ। ਨਾਮ ਜਪਿਆ ਨਾ, ਬੰਦਗੀ ਕੀਤੀ ਨਿਆ, ਤੇ ਫਿਰ ਜਦੋਂ ਬੰਦਗੀ ਵਾਲਿਆਂ ਦੀ ਰੀਸ ਕੀਤੀ ਤੇ ਫਿਰ ਵਿਗੁੱਚੇ ਖੁਆਰੀ ਹੀ ਹੁੰਦੀ ਹੈ। ਜਿਨ ਹਰ ਪ੍ਰਭ ਹੈ ਰਖਵਾਰਾ, ਪਰ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਹਰ ਪ੍ਰਭ,
ਪਰਿਪੂਰਨ ਪਰਮਾਤਮਾ ਉਹਨਾਂ ਦੀ ਰੱਖਿਆ ਕਰਦਾ, ਉਹਨਾਂ ਦੀ ਰਸਨਾ ਤੇ ਵੀ ਵਸਦਾ ਹੈ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ। ਪਰ ਇਹ ਨਾਮ ਗੁਰੂ ਦੁਆਰਾ ਪ੍ਰਾਪਤ ਹੋਣਾ ਦੋ ਟੁੱਕ ਗੱਲ ਹੈ ਜੀ। ਆਪਣੇ ਆਪ ਨਾਮ ਦੀ ਪ੍ਰਾਪਤੀ ਨਹੀਂ ਕੋਈ ਹੋਣੀ। ਜਿਨ੍ਹਾਂ ਨੇ ਗੁਰੂ ਨੂੰ ਸੇਵਿਆ, ਗੁਰੂ ਧਾਰਨ ਕੀਤਾ, ਫਿਰ ਉਪਦੇਸ਼ ਦੀ ਕਮਾਈ ਕੀਤੀ। ਮਨਮੁਖ ਭਾਉ ਕਮੋਏ ਬਿਲ ਲਾਈ। ਬਿਨ ਸਤਿਗੁਰ ਸੇਵੇ ਕਿਨੇ ਨਾ ਪਾਇਆ। ਗੁਰੂ ਤੋਂ ਬਿਨਾਂ ਕਿਸੇ ਨੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ। ਤੇ ਜੇ ਗੁਰੂ ਵਾਲੇ ਬਣੇ ਨਹੀਂ ਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਸਪਸ਼ਟ ਕਿਹਾ, ਫਿਰ ਉਤਰਾ ਹੀ ਬਚਨ ਕਰੀ ਜਾਣੇ ਵੀ ਮੈਂ ਬਚਨ ਕਰਦਾ ਤੇ ਇਹ ਪੂਰਾ ਹੋ ਜਾਵੇਗਾ। ਸਤਿਗੁਰੂ ਕਹਿੰਦੇ ਚੱਲ ਮਨ ਦੇ ਮਗਰ ਰਿਆਂ, ਗੁਰੂ ਵੱਲ ਮੁਖ ਕੋਈ ਨਹੀਂ। ਤੇ ਫਿਰ ਤੇ ਇਹ ਅਰੜਾਉਣਾ ਬਿਲੜਾਉਣਾ ਹੀ ਆ, ਭਾਵੇਂ ਸੁਪਨੇ ਦੇ ਵਿੱਚ ਬਰੜਾ ਲੈ ਤੇ ਭਾਵੇਂ ਜਾਗਦਿਆਂ ਬਿਰੜਾ ਲੈ। ਮਨਮੁਖ ਭਾਉ ਕਮੋਏ ਬਿਲ ਲਾਈ। ਉਹ ਫਿਰ ਮਨ ਮੁਖ ਮਗਰ ਮਨ ਦੇ ਮਗਰ ਚੱਲਣ ਵਾਲੇ ਦਿਨ ਰਾਤ ਵਿਰਲਾਉਣ ਦੀ ਹਾਲਤ ਹੀ ਹੈ ਕਿ ਬਚਨ ਕਰਦੇ ਪਰ ਪੂਰਾ ਕੋਈ ਨਹੀਂ ਹੁੰਦਾ। ਆਵਹਿ ਜਾਵਹਿ ਠੌਰ ਨਾ ਪਾਵਹਿ। ਹੋਰ ਘਾਟਾ ਕੀ ਪੈਂਦਾ ਜਿਹੜੇ ਗੁਰੂ ਵਾਲੇ ਨਹੀਂ ਬਣਦੇ। ਆਉਂਦੇ ਵਾਰ-ਵਾਰ ਟੇਢੀਆਂ ਮੇਢੀਆਂ ਜੂਨਾਂ ਵਿੱਚ ਆਉਂਦੇ ਜਾਵੇ, ਮਰਦੇ ਤੇ ਚਲੇ ਜਾਂਦੇ, ਠੌਰ ਨਾ ਪਾਵੇ। ਟਿਕਾਣਾ ਤੇ ਕਿਤੇ ਨਹੀਂ ਮਿਲਣਾ। ਟਿਕਾਣਾ ਤੇ ਮਿਲਣਾ ਜਦੋਂ ਗੁਰੂ ਵਾਲੇ ਬਣ ਕੇ ਬੰਦਗੀ ਕਰਾਂਗੇ, ਪਰਮੇਸ਼ਰ ਵਿੱਚ ਅਭੇਦ ਹੋਵਾਂਗੇ, ਤਾਂ ਹੀ ਇਹ ਆਉਣ ਜਾਣ ਦਾ ਗੇੜਾ ਮੁੱਕੇਗਾ। ਦੁੱਖ ਮਹਿ ਦੁੱਖ ਸਮਾਈ। ਦੁੱਖ ਮਹਿ ਇਸ ਮਾਤ ਲੋਕ ਤੇ ਆਏ ਜੂਨੀ ਮਿਲ ਗਈ ਤਾਂ ਦੁੱਖ, ਤੇ ਦੁੱਖ ਸਮਾਈ ਨਰਕਾਂ ਦੇ ਵਿੱਚ ਵੀ ਫਿਰ ਦੁੱਖਾਂ ਵਿੱਚ ਪੈਣਾ ਪਵੇਗਾ, ਸਮਾਈ ਹੋਵੇਗੀ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ। ਜੋ ਮੁਖ ਗੁਰੂ ਵੱਲ ਰੱਖਦੇ ਉਹ ਫਿਰ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਉਹ ਫਿਰ ਪਰਮੇਸ਼ਰ ਦੇ ਅੰਮ੍ਰਿਤ ਰੂਪੀ ਨਾਮ ਨੂੰ ਜਪਦੇ ਤੇ ਰਸ ਰੂਪੀ ਅੰਮ੍ਰਿਤ ਪੀਂਦੇ ਹਨ। ਸਹਜੇ ਸਾਚ ਸਮਾਈ। ਤੇ ਸੁਤੇ ਸਿਧ ਉਹਨਾਂ ਦੀ ਫਿਰ ਪਰਮੇਸ਼ਰ ਦੇ ਵਿੱਚ ਗੁਰੂ ਰਾਹੀਂ ਅਭੇਦਤਾ ਹੋ ਜਾਂਦੀ, ਸਮਾਈ ਕਹੀਏ ਅਭੇਦਤਾ ਹੋ ਜਾਂਦੀ ਹੈ। ਬਿਨ ਸਤਿਗੁਰ ਸੇਵੇ ਜਨਮ ਨਾ ਛੋਡਾ। ਸਤਿਗੁਰੂ ਜੀ ਫਰਮਾਉਂਦੇ ਗੁਰੂ ਤੋਂ ਬਿਨਾਂ ਬਿਨ ਸਤਿਗੁਰ ਸੇਵੇ, ਗੁਰੂ ਵਾਲੇ ਬਣ ਕੇ ਸੇਵੇ ਤੋਂ ਭਾਵ ਉਪਦੇਸ਼ ਦੀ ਕਮਾਈ ਨਹੀਂ ਕੀਤੀ ਤੇ ਜਨਮ ਨਾ ਛੋਡੇ। ਆਵਾ ਗਾਉਣ ਦਾ ਚੱਕਰ ਤੁਹਾਡਾ ਖਹਿੜਾ ਨਹੀਂ ਛੱਡੇਗਾ। ਜੇ ਅਨੇਕ ਕਰਮ ਕਰੈ ਅਧਿਕਾਈ। ਹੋਰ ਜਿੰਨੇ ਮਰਜੀ ਕਰਮ ਕਰ ਲਓ, ਭਾਵੇਂ ਕਬਰ ਤੇ ਚਾਦਰ ਚੜਾ ਦੋ ਤੇ ਭਾਵੇਂ ਪਿੱਪਲ ਨੂੰ ਮੱਥਾ ਟੇਕ ਲਓ ਤੇ ਭਾਵੇਂ ਦੇਗ ਧਾਰੀ ਗੁਰੂ ਨੂੰ ਮੱਥਾ ਟੇਕੀ ਜਾਵੋ, ਜਿੰਨੇ ਮਰਜੀ ਕਰਮ ਕਰ ਲਓ ਸਭ ਫੋਕਟ ਹਨ। ਵੇਦ ਪੜ੍ਹੇ ਤਾ ਬਾਦ ਵਖਾਣਾ ਹੈ। ਅੱਗੇ ਸਤਿਗੁਰਾਂ ਨੇ ਹੋਰ ਜ਼ਿਕਰ ਕੀਤਾ ਕਿ ਧਾਰਮਿਕ ਪੁਸਤਕਾਂ ਦਾ ਪੜ੍ਹਨਾ, ਗਿਆਨ ਹਾਸਲ ਕਰਕੇ ਤੇ ਬਾਦ ਵਖਾਣਾ, ਚਰਚਾ ਕਰਕੇ ਦੂਸਰਿਆਂ ਨੂੰ ਹੰਕਾਉਣਾ ਹਰਾਉਣਾ, ਇਹ ਹੰਕਾਰ ਪੈਦਾ ਕਰਦਾ। ਪਰ ਚਾਹੀਦਾ ਤੇ ਇਹ ਸੀ ਕਿ ਜੇ ਧਾਰਮਿਕ ਪੁਸਤਕਾਂ ਪੜ੍ਹੀਆਂ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਜੋ ਵਿਚਾਰ ਨਹੀਂ ਕਰਦਾ ਉਹ ਝੂਠਾ। ਜੇ ਧਾਰਮਿਕ ਪੁਸਤਕਾਂ ਗਿਆਨ ਦਿੰਦੀਆਂ, ਉਹ ਆਪਣੇ ਸਰੀਰ ਤੇ ਘਟਾਉਣ ਵਾਸਤੇ, ਆਪਣੀ ਜ਼ਿੰਦਗੀ ਨੂੰ ਸੁਧਾਰਨ ਵਾਸਤੇ, ਵਿਸ਼ੇ ਵਿਕਾਰਾਂ ਨੂੰ ਕਿਵੇਂ ਖਤਮ ਕਰਨਾ, ਸਿੱਖਿਆ ਤੇ ਇਹ ਮਿਲੀ। ਪਰ ਉਹ ਗਿਆਨ ਹਾਸਲ ਆਪਣੇ ਤੇ ਟੁਕਾਇਆ ਨਾ, ਆਪਣਾ ਮਨੁੱਖਾ ਜਨਮ ਸਫਲਾ ਕਰਨ ਵੱਲ ਤਵੱਜੋ ਨਾ ਦਿੱਤੀ। ਸਮਾਂ ਸੀਮਤ ਹੈ, ਨਹੀਂ ਤੇ ਸਾਨੂੰ ਵੀ ਹੁਕਮ ਹੈ, ਸੁਣਿਆ ਮੰਨਿਆ ਤੇ ਮਨ ਕੀਤਾ ਭਾਉ। ਸੁਣ ਕੇ ਤੇ ਜਾ ਕੇ ਬਾਹਰ ਦੂਸਰੇ ਨੂੰ ਸਵਾਲ ਕਰੀ ਜਾਵਾਂਗੇ, ਪਤਾ ਲੱਗ ਗਿਆ ਵੀ ਇਹ ਗੱਲ ਇੰਝ ਹੈ, ਵੀ ਇਹ ਗੱਲ ਕਿਵੇਂ ਨਹੀਂ। ਸੁਣ ਕੇ ਤੇ ਮੰਨਣਾ ਆਪ ਆ, ਆਪਣਾ ਜੀਵਨ ਢਾਲਣ ਦੀ ਕੋਸ਼ਿਸ਼ ਕਰਨੀ ਤੇ ਸੁਣਿਆ ਮੰਨਿਆ ਮਨ ਕੀਤਾ ਭਾਉ, ਫਿਰ ਭਾਉ ਰੱਖਣਾ ਗੁਰੂ ਪਰਮੇਸ਼ਰ ਦੇ ਨਾਲ, ਇਵੇਂ ਜਨਮ ਸਫਲਾ ਹੋਣਾ। ਸਤਿਗੁਰੂ ਜ਼ਿਕਰ ਕਰਦੇ ਵੇਦ ਪੜ੍ਹੇ ਤੇ ਬਾਦ ਵਖਾਣੇ, ਧਾਰਮਿਕ ਪੁਸਤਕਾਂ ਪੜ੍ਹ ਲਈਆਂ, ਦੂਸਰਿਆਂ ਦੇ ਨਾਲ ਹੀ ਉਲਝ ਕੇ ਗਿਆਨ ਵਿੱਚ ਰਹਿ ਗਏ ਤੇ ਫਿਰ ਪ੍ਰਾਪਤ ਕੀ ਹੋਇਆ? ਬਿਨ ਹਰ ਪਤ ਗਵਾਈ। ਪਰਮੇਸ਼ਰ ਦੀ ਪ੍ਰਾਪਤੀ ਕੋਈ ਨਾ ਹੋਈ ਤੇ ਪਤ ਗਵਾਈ।
ਲੋਕ ਗਇਓ ਪਰਲੋਕ ਗਵਾਇਓ ਵਾਲੀ ਹਾਲਤ ਬਣ ਗਈ। ਸੱਚਾ ਸਤਿਗੁਰ ਸਾਚੀ ਜਿਸ ਬਾਣੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਗੁਰੂ ਦਸਾਂ ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਜੋਤ, ਜਿਨ੍ਹਾਂ ਦੀ ਬਾਣੀ ਬੋਲ ਵੀ ਸੱਚੇ ਹਨ। ਅਜ ਛੂਟ ਹੈ ਗੁਰ ਸਰਣਾਈ। ਜਿਨ੍ਹਾਂ ਨੇ ਬਾਣੀ ਨੂੰ ਭਜਿਆ ਜਪਿਆ ਯਾਦ ਕੀਤਾ ਸਿਮਰਨ ਕੀਤਾ, ਗੁਰੂ ਦੀ ਸ਼ਰਨ ਵਿੱਚ ਸੰਗਤੀ ਰੂਪ ਵਿੱਚ ਆ ਗਏ, ਉਹ ਫਿਰ ਛੁੱਟ ਗਏ। ਜਿਨ ਹਰ ਮਨ ਵਸਿਆ ਸੇ ਦਰ ਸਾਚੀ। ਸਤਿਗੁਰੂ ਜੀ ਨਿਚੋੜ ਦੱਸ ਰਹੇ ਕਿ ਜਿਨ੍ਹਾਂ ਨੇ ਬੰਦਗੀ ਕੀਤੀ, ਪਰਮੇਸ਼ਰ ਉਹਨਾਂ ਦੇ ਹਰ ਮਨ ਕਹੀਏ ਹਿਰਦੇ ਦੇ ਵਿੱਚ ਵਸ ਗਿਆ। ਦਰਗਾਹੇ ਜਾ ਕਰਕੇ ਉੱਥੇ ਸੱਚੇ ਉਹੀ ਸੱਚ ਨਿਬੜੈ, ਚੁਣ ਵਟ ਕਦੇ ਜਜਮਾਲਿਆ। ਬੇਨ ਜਿਨ ਹਰ ਮਨ ਵਸਿਆ ਸੇ ਦਰ ਸਾਚੇ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ, ਉਹ ਇਸ ਲੋਕ ਤੇ ਵੀ ਸੱਚੇ, ਪਰਲੋਕ ਵਿੱਚ ਵੀ ਸੱਚੇ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ ਦਾ ਜ਼ਿਕਰ ਸਤਿਗੁਰਾਂ ਕੀਤਾ ਹੈ। ਦਰ ਸਾਚਾ ਸਚਿਆਰਾ। ਵੇ ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ। ਉਹਨਾਂ ਦੀ ਸ਼ੋਭਾ ਫਿਰ ਇਸ ਮਾਤ ਲੋਕ ਤੇ ਜੁਗਾਂ ਜੁਗਾਂਤਰਾਂ ਤੱਕ ਹੋਈ। ਅੱਜ ਆਪਾਂ ਉਹਨਾਂ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ, ਕਿਉਂਕਿ ਕੰਮ ਚੰਗਾ ਕੀਤਾ ਨਾ ਉਹਨਾਂ। ਇਹ ਨਹੀਂ ਕਿ ਘਰ ਦੇ ਕਿਸੇ ਪਦਾਰਥ ਵਾਸਤੇ ਕਿਸੇ ਦਾ ਕਤਲ ਕੀਤਾ, ਨਹੀਂ, ਧਰਮ ਦੀ ਖਾਤਰ। ਜਿਸ ਨੇ ਸਾਡੇ ਧਰਮ ਤੇ ਅਟੈਕ ਕੀਤਾ, ਉਹਨੂੰ ਝਟਕਾਇਆ ਨਾ। ਅੱਜ ਆਪਾਂ ਤਾਂ ਯਾਦ ਕਰਦੇ। ਉਹਨਾਂ ਦੀ ਸ਼ੋਭਾ ਫਿਰ ਜੁਗਾਂ ਜੁਗਾਂਤਰਾਂ ਤੱਕ ਹੋਈ, ਤੇ ਕੋਈ ਨਾ ਮੇਟਣ ਹਾਰਾ। ਇਹ ਵਡਿਆਈ ਸ਼ੋਭਾ ਉਹਨਾਂ ਦੀ ਕੋਈ ਮੇਟ ਨਹੀਂ ਸਕਦਾ। ਜਿਨ ਹਰ ਮਨ ਵਸਿਆ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਵਸ ਗਿਆ, ਸੇ ਦਰ ਸਾਚੇ। ਉਹ ਪਰਿਪੂਰਨ ਪ੍ਰਮਾਤਮਾ ਦੇ ਦਰ ਤੇ ਸੱਚੇ। ਦਰ ਸਾਚਾ ਸਚਿਆਰਾ। ਦਰ ਹੁੰਦਾ ਇੱਕ ਘਰ ਹੁੰਦਾ, ਸੰਗਤ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਦਰਵਾਜ਼ਾ। ਆਪਾਂ ਦਰ ਤੇ ਆਏ ਆ, ਦਰ ਤੇ ਆਵਾਂਗੇ ਫੇਰ ਹੀ ਘਰ ਜਾਵਾਂਗੇ। ਜੇ ਦਰ ਤੇ ਨਹੀਂ ਆਏ ਤੇ ਘਰ ਕਿਵੇਂ ਜਾਵਾਂਗੇ? ਗੱਲਾਂ ਬਾਤਾਂ ਨਾਲ ਨਹੀਂ ਪ੍ਰਾਪਤੀ ਹੋਣੀ ਜੀ। ਦਰ ਆਵਾਂਗੇ, ਸੰਗਤ ਆਵਾਂਗੇ, ਉਪਦੇਸ਼ ਸੁਣਾਂਗੇ, ਫਿਰ ਮੰਨਾਂਗੇ, ਫਿਰ ਉਸ ਦਾ ਨਿਧਿਆਸਣ ਕਰਾਂਗੇ, ਢਾਲਾਂਗੇ ਜ਼ਿੰਦਗੀ ਦੇ ਵਿੱਚ। ਦਰ ਤੇ ਆਵਾਂਗੇ। ਜਿਨ ਹਰ ਮਨ ਵਸਿਆ ਸੇ ਦਰ ਸਾਚੇ। ਉਹ ਗੁਰੂ ਦੀ ਸੰਗਤ ਵਿੱਚ ਸਾਚੇ, ਦਰ ਸਾਚਾ ਸਚਿਆਰਾ। ਉਹ ਫਿਰ ਪਰਮੇਸ਼ਰ ਦੇ ਸੱਚਖੰਡ ਰੂਪੀ ਘਰ ਦੇ ਵਿੱਚ ਵੀ ਸੱਚੇ ਹੁੰਦੇ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਉਹਨਾਂ ਦੀ ਫਿਰ ਵਡਿਆਈ ਜੁਗਾਂ ਜੁਗਾਂਤਰਾਂ ਤੱਕ ਹੁੰਦੀ, ਕੋਈ ਨਾ ਮੇਟਣ ਹਾਰਾ। ਮੇਰੇ ਵਰਗਾ ਜਿੰਨੀ ਮਰਜ਼ੀ ਨਿੰਦਿਆ ਕਰੇ, ਪਰ ਉਹਨਾਂ ਦੀ ਵਡਿਆਈ ਨਹੀਂ ਘਟਦੀ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਨਾਮ ਦੀ ਮੋਹਰ ਛਾਪ ਲਾ ਕੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਤਿਨ ਕੈ ਸਦ ਬਲਿਹਾਰੇ। ਜਿਨ੍ਹਾਂ ਨੇ ਨਾਮ ਜਪਿਆ, ਹਿਰਦੇ ਦੇ ਵਿੱਚ ਵਸ ਗਿਆ, ਨਾਮੀ ਨਾਲ ਅਭੇਦ ਹੋ ਗਏ। ਸਦ ਬਲਿਹਾਰੇ। ਅਸੀਂ ਸੈਂਕੜੇ ਸਦੀਵ ਵਾਰ ਉਹਨਾਂ ਤੋਂ ਵਾਰ ਨੇ ਬਲਿਹਾਰੇ ਜਾਂਦੇ ਹਾਂ। ਜਿਨ ਹਰ ਰਾਖਿਆ ਉਰ ਧਾਰਾ। ਪਰ ਕਿਹਨਾਂ ਦੇ? ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਿਆ। ਇੱਥੇ ਹੀ ਸਮਾਪਤੀ ਹੈ, ਸਮਾਂ ਸਾਥ ਨਹੀਂ ਦੇ ਰਿਹਾ। ਗੁਰੂ ਮਿਹਰ ਕਰੇ, ਨਾਮ ਦੀ ਨਾਮੀ ਦੀ ਗੁਰੂ ਦੀ ਵਡਿਆਈ ਅੱਜ ਦੇ ਹੁਕਮ ਵਿੱਚ ਹੈ। ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ। ਜੋ ਉਪਦੇਸ਼ ਗੁਰੂ ਵੱਲੋਂ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਮਿਲਦਾ, ਉਸ ਦੀ ਵਡਿਆ, ਉਸ ਦੀ ਕਮਾਈ ਕਰੀਏ, ਤੇ ਫਿਰ ਸਾਡਾ ਵੀ ਪਾਰ ਉਤਾਰਾ ਹੋ ਜਾਵੇ। ਹੋਈਆਂ ਕੋਟਾਨ ਕੋਟ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਪ ਸੰਗਤ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਣ ਯੋਗ ਹਨ, ਬਖਸ਼ ਲੈਣਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ। ਜਿਨ ਹਰ ਰਾਖਿਆ ਉਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।